ਉਹਨਾਂ ਦਾ ਉਪਦੇਸ਼ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਨਾ ਹੈ। ਆਓ ਭਾਈ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ नमा। परवान गणी से आए, सफल तिना के कमा। जब ते दर्शन भेटे साधु, भले दिनस होए आए। महा आनंद सदा कर कीर्तन, पुरख विधाता पाए। सतनाम श्री वाहिगुरु जी तनासरी। महला पंजवा। जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद निकी खटानी। जिसका तन मन धन सब तिसका, सोई सुगड़ सुजानी। तिन ही सुनिया दुख सुख मेरा, तो बिद निकी खटानी। जी किए कही पहमानी, अवर जतन कर रहे बहु तेरे। तिन तिल नहीं कीमत जानी रहाओ, अमृत नाम निर्मोल कोहीरा। गुर दीनो मनतानी, डिगै ना डोले दृढ़ कर रहो। पूर्ण होए तृप्तानी, होए जो बीच हम तुम कश होते। तिनकी बात बिलानी, अलंकार मिल थैली होई है। तांते कनक बखानी, प्रगट्यो जोत सहज सुख शोभा। बाजे अनहत बानी, कहो नानक नेचल कर बाधे ओ। गुर कियो बंदानी, प्रगट्यो जोत सह सुख शोभा। बाजे अनहत बानी, कहो नानक नेचल कर बांधे ओ। गुर कियो बंधानी। वाहिगुरु जी का खालसा, वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ साहिब महाराज सच्चे पातशाह जी की पावन गुर गोद ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਸੋ ਅੱਜ ਸਾਰੀਆਂ ਸਿੱਖ ਸੰਗਤਾਂ ਰਲ ਮਿਲ ਕੇ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ, ਜਿੱਥੇ ਮਹਾਨ ਸਾਲਾਨਾ ਗੁਰਮਤਿ ਸਮਾਗਮ ਅਤੀ ਸਤਿਕਾਰਯੋਗ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤਿੰਨਾਂ ਦੇ ਜਨਮ ਦਿਹਾੜੇ ਨੂੰ ਔਰ ਤਿੰਨਾਂ ਦੀ ਆਮਦ ਨੂੰ ਸਮਰਪਿਤ ਅੱਜ ਦੇ ਜਿਹੜੇ ਸਮਾਗਮ ਨੇ ਗੁਰੂ ਬਖਸ਼ਿਸ਼ ਸਦਕਾ ਹੋ ਰਹੇ ਹਨ। ਸੋ ਜਿੱਥੇ ਆਪ ਸਮੂਹ ਸੰਗਤਾਂ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਆਮਦ
ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ। ਤੇ ਉੱਥੇ ਅੱਜ ਨਾਲ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ, ਜੋਤੀ ਜੋਤ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਔਰ ਗੁਰਗੱਦੀ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਔਰ ਨਾਲ ਹੀ ਜੇ ਆਪਾਂ ਦੇਖਿਆ ਜਾਏ, ਗੁਰਬਾਣੀ ਵਿੱਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਲੋਕਾਂ ਦੇ ਕੋਲ ਧਨ ਦੌਲਤ ਪ੍ਰਭਤਾ ਵਡਿਆਈ ਬਹੁਤ ਸੀ, ਪਰ ਅੰਤਮ ਸਮੇਂ ਉਹ ਸੰਸਾਰ ਤੋਂ ਕਿਸ ਤਰੀਕੇ ਨਾਲ ਗਏ, ਉਹਦਾ ਜ਼ਿਕਰ ਵੀ ਬਾਣੀ ਵਿੱਚ ਕੀਤਾ ਗਿਆ ਹੈ। ਵੈਸੇ ਸਿੱਖਾਂ ਦਾ ਦੁਸਹਿਰੇ ਨਾਲ ਕੋਈ ਮਤਲਬ ਨਹੀਂ ਹੈ। ਮੈਂ ਕੋਸ਼ਿਸ਼ ਕਰੂੰਗਾ ਸਮੇਂ ਦੇ ਦਾਇਰੇ ਵਿੱਚ ਰਹਿੰਦਿਆਂ ਗੁਰਮਤਿ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਚਾਰ ਕਰਨ ਦੀ। ਸੋ ਆਓ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਜਿਹੜਾ ਪਾਵਨ ਵਾਕ ਬਚਨ ਆਇਆ ਹੈ, ਧਨਾਸਰੀ ਰਾਗ ਦੇ ਵਿੱਚ ਸਾਹਮਣੇ ਆਉਂਦਿਆਂ ਸਕਰੀਨ ਤੇ ਵੀ ਤੁਸੀਂ ਦਰਬਾਰ ਵਿੱਚ ਪ੍ਰਵੇਸ਼ ਕਰਦਿਆਂ ਨੂੰ ਪੜ੍ਹ ਵਿਚਾਰ ਸਕਦੇ ਹੋ। ਤੋ ਮੇਰੇ ਸਤਿਗੁਰਾਂ ਨੇ ਇਹ ਬਚਨ ਧਨਾਸਰੀ ਰਾਗ ਦੇ ਵਿੱਚ 671 ਅੰਗ ਦੇ ਉੱਪਰ ਦਰਜ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿਰਪਾ ਕਰਦੇ ਨੇ, ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਇਹ ਸ਼ਬਦ ਦੇ ਆਰੰਭ ਵਾਲੇ ਬਚਨ ਨੇ, ਪਰ ਇਸ ਸ਼ਬਦ ਦੀ ਵਿਆਖਿਆ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਨੇ, ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ ਉਹ ਬਚਨ ਨੇ ਜੀ ਕੀ ਏਕੈ ਹੀ ਪਹਿ ਮਾਨੀ। ਮਾਨੀ ਦੇ ਅਰਥ ਨੇ ਮੰਨੀ ਜਾਂਦੀ ਹੈ, ਪ੍ਰਵਾਨ ਹੁੰਦੀ ਹੈ ਕੀ ਬੇਨਤੀ। ਤੇ ਜੀ ਦੇ ਅਰਥ ਇੱਥੇ ਨੇ ਜਿੰਦ। ਜਿਹੜੀ ਜਿੰਦ ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਆਪਣਾ ਆਪ ਆਤਮਿਕ ਤੌਰ ਤੇ ਸਮਰਪਿਤ ਹੋ ਕੇ ਜਿਹੜੀ ਬੇਨਤੀ ਕਰਦੀ ਹੈ। ਵੇਖੋ ਜਿੱਥੇ ਆਪਾਂ ਤਨ ਤੇ ਕੱਪੜੇ ਪਾਏ ਨੇ, ਕੱਪੜਿਆਂ ਦੇ ਉੱਤੇ ਆਪਾਂ ਕੱਪੜੇ ਪਾਏ ਨੇ, ਆਤਮਾ ਨੂੰ ਕੋਈ ਕੱਪੜਾ ਨਹੀਂ ਪੈਂਦਾ। ਤਨ ਦੇ ਉੱਪਰ ਇੰਜ ਕਹਿ ਲਓ ਕੱਪੜਿਆਂ ਦੇ ਕੱਪੜੇ ਪਾਏ ਨੇ। ਜਪ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਜਿੱਥੇ ਇਸ ਸਰੀਰ ਤੇ ਤਨ ਤੇ ਆਪਾਂ ਕੱਪੜੇ ਪਾਏ ਨੇ, ਤਾਂ ਇਹ ਜੀਵ ਆਪੋ ਆਪਣੇ ਕਰਮਾਂ ਦੇ ਆਧਾਰ ਤੇ ਵੀ ਇਹ ਤਰ੍ਹਾਂ ਤਰ੍ਹਾਂ ਦੇ ਇੰਜ ਕਹਿ ਲਓ ਵਸਤਰ ਇਹਨੇ ਪਹਿਨੇ ਹੋਏ ਨੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਸਤਿਗੁਰੂ ਕਹਿੰਦੇ ਜੀ ਕੀ ਏਕੈ ਹੀ ਪੈਮਾਨੀ। ਇਸ ਤਨ ਨੂੰ ਸਰੀਰ ਨੂੰ ਢੱਕਣ ਵਾਸਤੇ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੱਪੜੇ ਵਸਤਰ ਪਹਿਨਣ ਦੀ ਕਿਹੜੇ ਰੰਗ ਦੇ ਪਾਉਣੇ, ਕਿਹੜੇ ਰੰਗ ਦੇ ਨਹੀਂ ਪਾਉਣੇ, ਕਿਤੇ ਇੱਕ ਵੀ ਸ਼ਬਦ ਨਹੀਂ ਉਚਾਰਨ ਕੀਤਾ ਗਿਆ। ਕਿਉਂਕਿ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ, ਜਿਹੜੇ ਰੰਗ ਨੇ ਨਾ, ਰੰਗ ਸਾਰੇ ਪ੍ਰਮਾਤਮਾ ਦੇ ਬਣਾਏ ਹੋਏ ਨੇ। ਰੰਗ ਸਭੇ ਨਾਰਾਇਣ ਹੈ ਜੇਤੇ ਮਨ ਭਾਵਨ, ਸਾਰੇ ਪ੍ਰਮਾਤਮਾ ਦੀ ਦੇਣ ਨੇ। ਇੱਥੇ ਬਚਨ ਨੇ ਜੀ ਕੀ ਏਕੈ ਹੀ ਪਹਿਮਾਨੀ। ਜਿਹੜੀ ਜੀਵ ਆਤਮਾ ਆਪਣੇ ਪ੍ਰਮਾਤਮਾ ਦੇ ਚਰਨਾਂ ਵਿੱਚ ਆਤਮਿਕ ਤੌਰ ਤੇ ਬੇਨਤੀ ਕਰਦੀ ਹੈ, ਉਹਦੀ ਪ੍ਰਵਾਨ ਹੁੰਦੀ ਹੈ। ਅਵਰ ਯਤਨ ਕਰ ਰਹੇ ਬਹੁ ਤੇਰੇ। ਬੜੇ ਲੋਕ ਨੇ ਜਿਹੜੇ ਯਤਨ ਕਰ ਰਹੇ ਨੇ, ਉਦਮ ਕਰਦੇ ਨੇ ਕਿ ਸ਼ਾਇਦ ਉੱਥੋਂ ਸੁੱਖ ਮਿਲੇਗਾ, ਸ਼ਾਇਦ ਇਸ ਜਗ੍ਹਾ ਤੋਂ ਸੁੱਖ ਮਿਲੇਗਾ, ਕਿਸੇ ਬ੍ਰਾਹਮਣ ਮੁੱਲਾ ਮੁਲਾਣੀ ਜਾਂ ਦੇਹਧਾਰੀ ਬਾਬੇ ਤੋਂ ਸੁੱਖ ਮਿਲੇਗਾ। ਪਰ ਸਤਿਗੁਰੂ ਜੀ ਕਹਿੰਦੇ ਜਦੋਂ ਜੀਵ ਆਤਮਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਰਪਿਤ ਹੋ ਕੇ ਬੇਨਤੀ ਕਰਦੀ ਹੈ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਕਹਿੰਦੇ ਤਿੰਨਾਂ ਦੀ ਤਿਲ ਮਾਤਰ ਵੀ ਕੀਮਤ ਥਾਏ ਨਹੀਂ ਪੈਂਦੀ। ਕਿਉਂਕਿ ਜਦੋਂ ਤੁਸੀਂ ਜਗ੍ਹਾ ਜਗ੍ਹਾ ਤੇ ਜਾ ਕੇ ਬੇਨਤੀ ਕਰਦੇ ਹੋ, ਇੱਕ ਉਦਾਹਰਨ ਵਜੋਂ ਕਹਿੰਦੇ ਨੇ ਇੱਕ ਮਾਲੀ ਹੈ ਤੇ ਉਹਨੇ ਬੜੀ ਵਧੀਆ ਬਗੀਚੀ ਲਾਈ ਹੈ, ਤੇ ਉਸ ਬਗੀਚੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ, ਭੌਰੇ ਆ ਰਹੇ ਨੇ ਤੇ ਸੁਗੰਧੀ ਲੈ ਕੇ ਉੱਡ ਜਾਂਦੇ ਨੇ। ਤੇ ਮਾਲੀ ਨੇ ਉਸ ਸਮੇਂ ਕਹਿੰਦੇ ਉਸ ਬਾਗ ਦੇ ਵਿੱਚ ਖਲੋਤਿਆਂ ਸਾਰੇ ਦ੍ਰਿਸ਼ ਨੂੰ ਤੱਕਿਆ। ਮਾਲੀ ਕਹਿੰਦਾ ਚੰਪਾ ਤੁਝ ਮੇ ਤੀਨ ਗੁਣ, ਰੂਪ ਰੰਗ ਅਰਵਾਸ, ਕਿਆ ਅਵਗੁਣ ਤੁਮਕੋ ਭਏ। ਕਹਿੰਦੇ ਭਵਰ ਨਾ ਬੈਠੇ ਪਾਸ।
ਮਾਲੀ ਕਹਿੰਦਾ ਚੰਪਾ ਤੇਰੇ ਵਿੱਚ ਗੁਣ ਬਹੁਤ ਨੇ, ਤੂੰ ਸੋਹਣੀ ਬਹੁਤ ਹੈ, ਤੇਰਾ ਰੂਪ ਰੰਗ ਬੜਾ ਸੋਹਣਾ ਹੈ, ਤੇਰੇ ਵਿੱਚੋਂ ਸੁਗੰਧੀ ਵੀ ਬੜੀ ਸੋਹਣੀ ਆਉਂਦੀ ਹੈ। ਪਰ ਹੈਰਾਨਗੀ ਦੀ ਗੱਲ ਕਹਿੰਦੇ ਭੌਰਾ ਤੇਰੇ ਉੱਤੇ ਨਹੀਂ ਬਹਿੰਦਾ। ਤੇ ਅੱਗੋਂ ਫਿਰ ਚੰਬੇਲੀ ਦੇ ਫੁੱਲ ਦੀ ਹੀ ਵਾਰਤਾ ਉਸ ਵਿਦਵਾਨ ਨੇ ਕਰਵਾਈ ਹੈ। ਚਮੇਲੀ ਦਾ ਫੁੱਲ ਕਹਿੰਦਾ ਭਵਰਾ ਮੇਰੇ ਉੱਤੇ ਕੀ ਨਹੀਂ ਬਹਿੰਦਾ। ਉਹ ਕਹਿੰਦੀ ਇਹੋ ਜਿਹਾ ਨੂੰ ਮੈਂ ਹੀ ਨਹੀਂ ਆਪਣੇ ਉੱਤੇ ਬਹਿਣ ਦਿੰਦੀ। ਕਹਿੰਦਾ ਚੰਪਾ ਤੁਝ ਮੇ ਤੀਨ ਗੁਣ, रूप रंग अरवास, क्या अवगुण तुझ में भयो, भवर न बैठे पास। वो कहती माली मुझ में तीन गुण, रूप रंग अरवास, जगह जगह के मीत को कौन बिठावे पास। जिहड़ा दर दर ते जांदा कदी उत्थे बह गया कदी उत्थे बह गया। चंबेली कहती मैं नहीं उन्होंने नेड़े लगन दिंदी, ये कहते मेरे उपर आके की बैठेगा। सिक्ख्या बड़ी महत्वपूर्ण है। जो आप जगह जगह इधर उधर जाने तो फिर मेरे ख्याल च गुरु नूं भी वो परवान नहीं होंदा। तो इत्थे बचन ने अवर जतन कर रहे बहु तेरे, तिन तिल नहीं कीमत जानी। भाव ओदी कोई कीमत नहीं पैंदी, तिल मात्र भी नहीं पैंदी। अज आपां उन्हां दी याद विच बैठे हैं। धन धन बाबा बुढ़ा साहब जी सब तो पहलों आप समुचियां सिख संगतां नूं धन धन बाबा बुढ़ा साहब जी दे जन्म दिन दियां, आमद दियां, जन्म दिहाड़े दियां बहुत बहुत ਵਧਾਈਆਂ ਹੋਵਣ। क्योंकि जे आपां गुरबाणी नूं पढ़दे आ, जदों इतिहास नूं वाचदे आ तां सिख इतिहास विच जे ये बचन आए ने निष्काम सेवक, पर उपकारी, उच्चे सुच्चे जीवन वाला, महान बिरती वाला, दार्शनिक बिरती वाला, दूर अंदेशी वाली महान शख्सियत, ਤਾਂ ਤੁਹਾਡੀ ਇੱਕਦਮ ਨਜ਼ਰ ਜਾਏਗੀ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਵੱਲ ਤੇ ਉਹਨਾਂ ਦੇ ਜੀਵਨ ਦੇ ਵੱਲ। ਕਿਉਂਕਿ 125 ਸਾਲ ਤੇ 25 ਦਿਨਾਂ ਦੀ ਉਹਨਾਂ ਦੀ ਉਮਰ ਵਿਦਵਾਨਾਂ ਨੇ ਲਿਖਣਾ ਕੀਤੀ ਹੈ। ਪਰ ਇਹਨਾਂ ਦਾ ਜਨਮ ਕਿਹੜੀ ਜਗ੍ਹਾ ਹੋਇਆ? ਕਿਉਂਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਇਹਨਾਂ ਦੇ ਜਨਮ ਦੀ ਜਿਹੜੀ ਤਾਰੀਖ ਹੈ, ਜਿਹੜਾ ਸਮਾਂ ਸਥਾਨ ਹੈ, ਉਹ ਵਿਦਵਾਨਾਂ ਨੇ ਲਿਖਿਆ ਹੈ। ਤਕਰੀਬਨ ਇਹਨਾਂ ਦਾ ਜਨਮ ਹੈ ਜਿਹੜਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਲਾਗੇ ਇੱਕ ਪਿੰਡ ਪੈਂਦਾ ਹੈ। ਉਹਦਾ ਪਹਿਲਾ ਨਾਮ ਸੀ ਗੰਗੋ ਨੰਗਲ। ਉਸ ਤੋਂ ਬਾਅਦ ਉਸ ਪਿੰਡ ਦਾ ਨਾਮ ਪਿਆ ਕੱਥੂ ਨੰਗਲ। 1506 ਦੇ ਵਿੱਚ 22 ਅਕਤੂਬਰ 1506 ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੁੰਦਾ ਹੈ। ਪਰ ਪਿਤਾ ਦਾ ਨਾਮ ਹੈ ਪਿਤਾ ਸੁੱਗਾ ਰੰਧਾਵਾ ਜੀ ਤੇ ਮਾਤਾ ਗੌਰਾ ਜੀ। ਪਰ ਜਿਹੜੇ ਮਾਤਾ ਗੌਰਾ ਜੀ ਹਨ ਉਹ ਬੜੇ ਉੱਚੇ ਸੁੱਚੇ ਜੀਵਨ ਵਾਲੇ ਨੇ। ਕਿਉਂਕਿ ਬੱਚੇ ਦੇ ਜੀਵਨ ਦੇ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਬੱਚੇ ਦੇ ਕੋਲ ਬਹੁਤਾ ਸਮਾਂ ਮਾਂ ਰਹਿੰਦੀ ਹੈ। ਮਾਂ ਨੇ ਹੀ ਬੱਚੇ ਦੇ ਜੀਵਨ ਦੀ ਘਾਟ ਘੜਨੀ ਹੁੰਦੀ ਹੈ। ਮਾਂ ਨੇ ਬੱਚੇ ਦਾ ਜੀਵਨ, ਵੇਖੋ ਆਪਾਂ ਕਈ ਦਫਾ ਕਹਿੰਦੇ ਆ, ਵੇਖੋ ਜੀ ਇਹਨੇ ਤਾਂ ਵੱਡੇ ਹੋ ਕੇ ਕੇਸ ਵਾਲ ਕਟਾਈ ਦੇਣੇ ਨੇ, ਤੇ ਜਿਹਨੇ ਕਟਾਉਣੇ ਨੇ ਤੇ ਫਿਰ ਆਪਾਂ ਕਾਹਦੇ ਲਈ ਰੱਖਣੇ ਨੇ। ਵੇਖੋ ਇਹ ਸਾਡਾ ਬਹੁਤ ਵੱਡਾ ਅਹਿਮ ਰੋਲ ਹੈ। ਦਰਅਸਲ ਗੱਲ ਉਹਦੇ ਵਾਣ ਕਟਾਉਣ ਦੀ ਨਹੀਂ, ਦਰਅਸਲ ਗੱਲ ਇਹ ਹੁੰਦੀ ਹੈ ਵੀ ਮੇਰਾ ਕਿਤੇ ਬਹੁਤਾ ਸਮਾਂ ਇੱਧਰ ਹੀ ਨਾ ਲੱਗ ਜੇ। ਵੱਡਾ ਹੋ ਕੇ ਕਟਾਉਂਦਾ ਨਹੀਂ ਕਟਾਉਂਦਾ, ਇਹ ਜ਼ਿੰਮੇਵਾਰੀ ਤੁਹਾਡੀ ਨਹੀਂ, ਪਰ ਸਾਨੂੰ ਆਪਣਾ ਫਰਜ਼, ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ। ਤਾਂ ਬਾਬਾ ਬੁੱਢਾ ਜੀ ਬਚਪਨ ਵਿੱਚ ਮਾਤਾ ਗੌਰਾ ਜੀ ਬੜਾ ਧਿਆਨ ਰੱਖਦੇ ਨੇ ਤੇ ਵਿਦਵਾਨ ਲਿਖਦੇ ਨੇ ਬੜਾ ਉੱਚਾ ਸੁੱਚਾ ਜੀਵਨ ਹੈ। ਭਜਨ ਬੰਦਗੀ ਵਾਲੀ ਰੂਹ ਹੈ ਮਾਤਾ ਗੌਰਾ ਜੀ। ਤੇ ਆਪਣੇ ਬੱਚੇ ਨੂੰ ਗੁਰਮਤਿ ਦੀ ਉਹਨਾਂ ਨੇ ਗੁੜਤੀ ਦਿੱਤੀ। ਸਮਾਂ ਆਪਣੇ ਚਾਲੇ ਤੁਰਦੇ ਜਿਹੜੇ ਪਿਤਾ ਜੀ ਸੁੱਗਾ ਰੰਧਾਵਾ ਜੀ ਹਨ, ਸਮਾਂ ਪਾ ਕੇ ਇਸ ਸੰਸਾਰ ਤੋਂ ਉਹ 5 ਭੂਤਕ ਸਰੀਰ ਤਿਆਗ ਗਏ ਨੇ। ਕੁਝ ਸਮੇਂ ਤੋਂ ਬਾਅਦ ਕਹਿੰਦੇ ਮਾਤਾ ਗੌਰਾ ਜੀ ਵੀ ਇਸ ਸੰਸਾਰ ਤੋਂ ਚਲੇ ਗਏ। ਪਰ ਹੁਣ ਬਾਬਾ ਬੁੱਢਾ ਜੀ ਸਮਾਂ ਆਪਣੀ ਚਾਲੇ ਤੁਰਿਆ। ਕੁਝ ਸਮਾਂ ਤੇ ਬਾਬਾ ਜੀ ਕੱਥੂ ਨੰਗਲ ਵਿਖੇ ਰਹੇ ਤੇ ਕੁਝ ਸਮੇਂ ਤੋਂ ਬਾਅਦ ਬਾਬਾ ਜੀ ਫਿਰ ਖਿਮਾ ਕਰਨੀ ਕੱਥੂ ਨੰਗਲ ਰਹੇ, ਫਿਰ ਰਮਦਾਸ ਪਿੰਡ ਆ ਗਈ। ਰਮਦਾਸ ਪਿੰਡ ਉਹ ਪਿੰਡ ਹੈ ਜਿਹੜੀ ਕਿ ਅਕਬਰ ਬਾਦਸ਼ਾਹ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸੀ, ਬਚਨ ਕੀਤਾ ਸੀ। ਗੁਰੂ ਅਮਰਦਾਸ ਜੀ ਨੇ ਉਹ ਕਹਿੰਦਾ ਜੀ ਮੇਰੇ ਤੋਂ ਕਿਲਾ ਨਹੀਂ ਫਤਿਹ ਹੁੰਦਾ। ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਦੇ ਸਦਕਾ ਜਿਹੜਾ ਚਿਤੌੜਗੜ੍ਹ ਦਾ ਕਿਲਾ ਸੀ ਉਹ ਮੋਰਚਾ ਫਤਿਹ ਹੋ ਗਿਆ। ਤਾਂ ਫਿਰ ਉਸ ਮੇ ਅਕਬਰ ਬਾਦਸ਼ਾਹ ਨੇ ਖੁਸ਼ ਹੋ ਕੇ ਕੁਝ ਕੁ ਜ਼ਮੀਨ, ਕਹਿੰਦੇ ਉਹ ਜਿਹੜੀ ਝਬਾਲ ਪਿੰਡ ਦੇ 12 ਪਿੰਡਾਂ ਦਾ ਜ਼ਿਕਰ ਵਿਦਵਾਨਾਂ ਕੀਤਾ ਹੈ, ਕਹਿੰਦੇ ਉਹ 12 ਪਿੰਡ ਦਿੱਤੇ ਸਨ। ਤੇ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਇੱਕ ਜੂਹ ਸੀ ਉਹ ਉਸ ਜੂਹ ਵਿੱਚ
ਫਿਰ ਬਾਬਾ ਬੁੱਢਾ ਸਾਹਿਬ ਜੀ ਆ ਕੇ ਬਰਾਜੇ। ਤੇ ਜਿਹਨੂੰ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਕਹਿ ਕੇ ਸਤਿਕਾਰ ਦਿੰਦੇ ਹਾਂ। ਬੜਾ ਸਮਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ, ਪਰ ਪਹਿਲੀ ਸੰਗਤ ਜਿਹੜਾ ਇਤਿਹਾਸ ਕਹਿੰਦਾ, ਜਿਹੜੀ ਪ੍ਰਚਲਿਤ ਸਾਖੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਇਧਰ ਮਾਝੇ ਦੀ ਧਰਤੀ, ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ। ਤੋ ਸਤਿਗੁਰੂ ਜੀ ਜਦੋਂ ਇਸ ਜੰਗਲ ਵਿੱਚ ਬਰਾਜੇ ਤੇ ਬਾਬਾ ਬੁੱਢਾ ਸਾਹਿਬ ਜੀ ਖੇਤੀਬਾੜੀ ਕਰਨ ਵਾਲੇ ਜ਼ਿਮੀਂਦਾਰ ਘਰਾਣੇ ਨਾਲ ਸੰਬੰਧਿਤ ਨੇ, ਕਿਉਂਕਿ ਪਿਤਾ ਦੇ ਕੋਲ ਵੀ ਜ਼ਮੀਨ ਜਾਇਦਾਦ, ਧਨ ਦੌਲਤ ਤੇ ਮਾਇਆ ਦਾ ਪਦਾਰਥਾਂ ਦੀ ਕੋਈ ਕਮੀ ਘਾਟਾ ਨਹੀਂ। ਇਤਿਹਾਸਕਾਰ ਕਹਿੰਦੇ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਇੱਥੇ ਮਾਲ ਡੰਗਰ ਚਾਰ ਰਹੇ ਨੇ, ਦੇਖਿਆ ਕਿ ਬੜੀ ਕੋਈ ਮਹਾਨ ਹਸਤੀ, ਕੋਈ ਵਿਰਾਗ ਵਾਲੀ ਕੋਈ ਮਹਾਨ ਹਸਤੀ ਬੈਠੀ ਹੈ। ਘਰੋਂ ਗਏ, ਦੁੱਧ ਦਾ ਕਟੋਰਾ ਭਰਿਆ, ਲਿਆ ਕੇ ਕਹਿੰਦੇ ਅੱਗੇ ਰੱਖਿਆ ਕਿ ਆਪ ਜੀ ਛਕਣਾ ਕਰੋ। ਮਾਂ ਨੂੰ ਵੀ ਆਖਿਆ, ਮਾਂ ਜੰਗਲ ਵਿੱਚ ਕੁਝ ਇਹੋ ਜਿਹੇ ਮਹਾਂਪੁਰਸ਼ ਕੋਈ ਗੁਰੂ ਸੰਤ ਆਏ ਨੇ ਜਿਹੜੇ ਵੇਖਣ ਦੇ ਵਿੱਚ ਵੀ ਬੜੇ ਮਹਾਨ ਨੇ, ਉਹਨਾਂ ਦਾ ਜੀਵਨ ਦੱਸ ਰਿਹਾ ਕਿ ਉਹ ਕੋਈ ਰੱਬੀ ਰੂਹ ਨੇ। ਤੇ ਮਾਂ ਨੇ ਵੀ ਰੋਕਿਆ ਨਹੀਂ, ਦੁੱਧ ਦਿੱਤਾ। ਜਾ ਕੇ ਦੁੱਧ ਦਾ ਗੜਬਾ ਜਦੋਂ ਪਕੜਾਇਆ ਜਾ ਕੇ ਬਾਬਾ ਬੁੱਢਾ ਜੀ ਨੇ, ਤੇ ਉਹਨਾਂ ਨੇ ਜਦੋਂ ਛਕਿਆ ਤੇ ਖੁਸ਼ ਹੋ ਕੇ ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੀ ਉਮਰ ਬਹੁਤ ਛੋਟੀ ਹੈ, ਇੰਨੀ ਛੋਟੀ ਉਮਰ ਵਿੱਚ ਤੈਨੂੰ ਆ ਪਰ ਉਪਕਾਰ ਵਾਲੀ ਬਿਰਤੀ, ਭਲੇ ਵਾਲੀ ਵੀ ਭੁੱਖਿਆਂ ਨੂੰ ਭੋਜਨ ਦੁੱਧ ਆਦਿਕ ਛਕਾਉਣਾ, ਇਹ ਚੇਟਕ ਤੈਨੂੰ ਲੱਗੀ ਕਿੱਥੋਂ ਹੈ? ਤਾਂ ਉਸ ਸਮੇਂ ਕਹਿੰਦੇ ਬਾਬਾ ਬੁੱਢਾ ਜੀ ਕਹਿਣ ਲੱਗੇ, ਵਿਦਵਾਨਾਂ ਨੇ ਦੋ ਜ਼ਿਕਰ ਕੀਤਾ ਹੈ। ਇੱਕ ਤੇ ਜ਼ਿਕਰ ਕੀਤਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸੀ ਕਿ ਲੱਕੜਾਂ ਛੋਟੀਆਂ ਨੇ, ਪਹਿਲਾਂ ਅੱਗ ਭਾਵੇਂ ਲੱਕੜਾਂ ਛੋਟੀਆਂ ਹੋਣ ਤੇ ਵੱਡੀਆਂ, ਪਰ ਜਿਹੜੀਆਂ ਕੁਰਬਲਾਂ ਛੋਟੀਆਂ ਹੋਣ ਨਾ ਉਹਨਾਂ ਨੂੰ ਅੱਗ ਘਾਹ ਨੂੰ ਬਹੁਤ ਜਲਦੀ ਪੈਂਦੀ ਹੈ। ਤੇ ਦੂਜੀ ਉਦਾਹਰਨ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ ਜਦੋਂ ਪੁੱਛਿਆ ਨਾ ਕਿ ਇੰਨੀਆਂ ਸਿਆਣੀਆਂ ਤੁਸੀਂ ਗੱਲਾਂ ਕਰਦੇ ਹੋ, ਤੁਹਾਡਾ ਨਾਮ ਕੀ ਹੈ? ਉਹ ਕਹਿੰਦੇ ਨਾਮ ਮਾਪਿਓ ਨੇ ਬੂੜਾ ਰੱਖਿਆ। ਉਹ ਕਹਿਣ ਲੱਗੇ ਬੂੜਾ ਨਹੀਂ, ਤੂੰ ਤੇ ਸਾਡਾ ਬਾਬਾ ਬੁੱਢਾ ਹੈ, ਉਮਰ ਛੋਟੀ ਹੈ ਤੇ ਗੱਲਾਂ ਤੇਰੀਆਂ ਬਹੁਤ ਵੱਡੀਆਂ ਨੇ। ਕਈ ਦਫਾ ਕਿਸੇ ਬੱਚੇ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੇ ਉਹ ਗੱਲਾਂ ਬਹੁਤ ਸਿਆਣੀਆਂ ਕਰਦਾ ਹੈ, ਕਈ ਦਫਾ ਬੰਦੇ ਦੀ ਉਮਰ ਬਹੁਤ ਵੱਡੀ ਹੁੰਦੀ ਹੈ ਤੇ ਉਹਦੀਆਂ ਗੱਲਾਂ ਦੇ ਵਿੱਚ ਕੋਈ ਤੰਤ ਨਹੀਂ ਹੁੰਦਾ, ਉਹਨਾਂ ਗੱਲਾਂ ਵਿੱਚੋਂ ਤੁਹਾਨੂੰ ਕੋਈ ਸਿੱਖਿਆ ਨਹੀਂ ਮਿਲਦੀ। ਇਹਦਾ ਮਤਲਬ ਕਿ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਉਮਰ ਕਰਕੇ ਨਹੀਂ, ਉਮਰ ਭਾਵੇਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ, ਗਿਆਨ ਦਾ ਕੋਈ ਉਮਰ ਦੇ ਉੱਪਰ ਕੋਈ ਤਕਾਜ਼ਾ ਨਹੀਂ, ਗੁਰੂ ਦੀ ਬਖਸ਼ਿਸ਼ ਕਿਸੇ ਤੇ ਵੀ ਹੋ ਸਕਦੀ ਹੈ। ਕਹਿੰਦੇ ਨੇ ਉਸ ਸਮੇਂ ਕਹਿਣ ਲੱਗੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਦਿਨ ਕੀ ਹੋਇਆ, ਕਿਉਂਕਿ ਪਿਤਾ ਜੀ ਚੜ੍ਹਾਈ ਕਰ ਚੁੱਕੇ ਨੇ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮੈਂ ਆਪਣੀਆਂ ਨਜ਼ਰਾਂ ਨਾਲ ਵੇਖਿਆ ਮੇਰਾ ਬਾਪੂ ਖੂਹ ਤੇ ਖੇਤ ਵਿੱਚ ਬੈਠਾ ਹੈ। ਕਹਿੰਦੇ ਮੌਕੇ ਦੇ ਹਾਕਮ ਧਨੀ ਲੋਕ ਆਏ ਘੋੜਿਆਂ ਤੇ ਅਸਵਾਰ ਹੋ ਕੇ, ਤੇ ਉਹਨਾਂ ਨੇ ਵੇਖਿਆ ਕੁਝ ਨਹੀਂ, ਜਿੰਨੀ ਵੀ ਫਸਲ ਸੀ, ਜਿੰਨੀ ਵੀ ਕਣਕ ਆਦਿਕ ਸੀ, ਉਹਨਾਂ ਨੇ ਜ਼ਬਰਦਸਤੀ ਸਭ ਕਹਿੰਦੇ ਕੱਚੀ ਵੱਢੀ, ਉਹ ਤੋੜ ਕੇ ਭਾਵ ਉਹਨੂੰ ਵੱਢ ਕੇ ਲੈ ਗਏ ਨੇ, ਕੱਚ ਪੱਕ ਉਹਨਾਂ ਨੇ ਕੁਝ ਨਹੀਂ ਵੇਖਿਆ। ਪਰ ਉਸ ਸਮੇਂ ਮੇਰੇ ਮਨ ਵਿੱਚ ਆਇਆ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੇ ਸਰੀਰ ਰੂਪ ਖੇਤੀ ਦਿੱਤੀ ਹੈ। ਜਿਵੇਂ ਮੌਕੇ ਦੇ ਹਾਕਮ ਆਏ ਤੇ ਮੇਰਾ ਪਿਤਾ ਇਹਨਾਂ ਹਾਕਮਾਂ ਨੂੰ ਰੋਕ ਨਹੀਂ ਸਕਿਆ, ਉਹਦੀ ਹਿੰਮਤ ਨਹੀਂ ਪਈ ਕਿ ਮੈਂ ਇਹਨਾਂ ਨੂੰ ਰੋਕ ਦਿਆਂ। ਮਨ ਵਿੱਚ ਆਇਆ ਮਨਾ, ਕਹਿੰਦੇ ਇਹ ਤਾਂ ਮੌਕੇ ਦੇ ਹਾਕਮ ਨੇ ਦੁਨਿਆਵੀ, ਤੇ ਦੁਨਿਆਵੀ ਖੇਤੀ ਵੱਢਣ ਆਏ ਨੇ, ਮੈਂ ਤੇ ਮੇਰਾ ਪਿਤਾ ਇਹਨੂੰ ਰੋਕ ਨਾ ਸਕੇ। ਪਰ ਕਹਿੰਦੇ ਆ ਜਿਹੜਾ ਜੀਵਨ ਹੈ, ਜਿਹੜਾ ਸਰੀਰ ਹੈ, ਇਹ ਵੀ ਇੱਕ ਫਸਲ ਦੀ ਤਰ੍ਹਾਂ ਹੈ, ਹਰੀ ਨਾਹੀ ਡਡਰੀ ਪੱਕੀ ਵੱਢਣੇ ਹਾਰ। ਕਹਿੰਦੇ ਇਹ ਤੇ ਪਤਾ ਕੋਈ ਨਹੀਂ, ਜਿਵੇਂ ਇਸ ਕੱਚੀ ਪੱਕੀ ਖੇਤੀ ਦਾ ਉਹਨਾਂ ਨੇ ਕੋਈ ਵੀ ਭਾਵ ਤਕਾਜ਼ਾ ਨਹੀਂ ਲਾਇਆ, ਉਹ ਵੱਢ ਕੇ ਲੈ ਗਏ ਨੇ, ਕੋਈ ਰੋਕ ਨਹੀਂ ਸਕਿਆ। ਮਨ ਵਿੱਚ ਆਇਆ ਵੀ ਇਹ ਨਹੀਂ ਵੀ ਪ੍ਰਮਾਤਮਾ ਦੀ ਬੰਦਗੀ 50 ਸਾਲਾਂ ਵਿੱਚ 30 ਜਾਂ 60 ਸਾਲਾਂ ਦੀ ਉਮਰ ਹੋਏਗੀ ਉਦੋਂ ਕਰਾਂਗੇ। ਬਸ ਉਸੇ ਦਿਨ ਤੋਂ ਚੇਟਕ ਲੱਗ ਗਈ ਕਿ ਕੋਈ ਐਸਾ ਗੁਰੂ ਸੰਤ ਮਿਲੇ ਜਿਹਦੀ ਸੰਗਤ ਕਰਾਂ ਤੇ ਮੈਂ ਆਪਣਾ ਜੀਵਨ ਸਵਾਰ ਲਾਂ। ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 4 ਉਦਾਸੀਆਂ ਤੋਂ ਬਾਅਦ ਕਰਤਾਰਪੁਰ ਦੀ ਧਰਤੀ ਤੇ ਆਏ। ਸਤਿਗੁਰੂ ਜੀ ਜੋਤੀ ਜੋਤ ਸਮਾ ਗਏ ਨੇ। ਭਾਈ ਲਹਿਣਾ ਜੀ ਨੇ ਸੰਗਤ ਕੀਤੀ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਰੂਪ ਵਿੱਚ ਆਏ। ਲਗਭਗ 6 ਮਹੀਨੇ ਧੰਨ ਗੁਰੂ ਅੰਗਦ ਦੇ ਮਹਾਰਾਜ ਛੁਪੇ ਰਹੇ।
ਭਾਵ ਕਿਸੇ ਦੇ ਸਾਹਮਣੇ ਨਹੀਂ ਆਏ। ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ ਚਲੇ ਗਏ। ਖਡੂਰ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਭੂਆ ਰਹਿੰਦੀ ਸੀ, ਜਿਹਦਾ ਨਾਮ ਸੀ ਮਾਤਾ ਵਰਾਈ। ਹੁਣ ਉਹਨਾਂ ਦੇ ਘਰ ਗੁਰੂ ਅੰਗਦ ਦੇ ਮਹਾਰਾਜ ਇੱਕ ਕੋਠੇ ਦੇ ਵਿੱਚ ਜਾ ਕੇ ਨਿਵਾਸ ਕੀਤਾ, ਪਰ ਸੰਗਤ ਨੂੰ ਪਤਾ ਸੀ ਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਰ ਗਏ ਨੇ, ਬੁੱਢਿਆ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਬੁੱਢਿਆ ਤੇਰੇ ਤੋਂ ਮੈਂ ਕਦੀ ਵੀ ਓਲੇ ਨਾ ਹੋਸਾਂ। ਜਦੋਂ ਸੰਗਤ 6 ਮਹੀਨੇ ਬੇਬਲਤਾ ਵਿੱਚ ਤੜਫਦੀ ਰਹੀ ਕਿ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨਜ਼ਰ ਨਹੀਂ ਆ ਰਹੇ। ਵੇਖੋ, ਜਿਹਦੇ ਕੋਲ ਕੁਝ ਹੁੰਦਾ ਹੈ ਉਹ ਆਪਣਾ ਆਪ ਛੁਪਾ ਲੈਂਦਾ ਹੈ, ਜਿਹਦੇ ਕੋਲ ਕੁਝ ਨਾ ਹੋਵੇ ਉਹ ਆਪਣਾ ਆਪ ਐਵੇਂ ਪ੍ਰਗਟ ਕਰਦਾ ਰਹਿੰਦਾ। ਜਿਵੇਂ ਖਾਲੀ ਘੜਾ ਹੈ ਨਾ, ਖਾਲੀ ਘੜਾ ਬਹੁਤ ਜ਼ਿਆਦਾ ਟਣਕਦਾ ਹੈ, ਉਸੇ ਘੜੇ ਵਿੱਚ ਪਾਣੀ ਪਾ ਦਿਓ, ਉਹਨੂੰ ਕਿਸੇ ਵਸਤੂ ਨਾਲ ਭਰ ਦਿਓ, ਉਹ ਟਣਕਦਾ ਨਹੀਂ। ਮੇਰੇ ਸਤਿਗੁਰਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਛੂਛਾਂ ਘੱਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਗੱਲ ਘੜੇ ਦੀ ਨਹੀਂ, ਉਦਾਹਰਨਾਂ ਬਾਹਰੋਂ ਲਈਆਂ ਨੇ। ਜਿਵੇਂ ਖਾਲੀ ਘੜੇ ਖੜਕਦੇ ਬਹੁਤ ਨੇ, ਭਰੇ ਨਹੀਂ ਆਵਾਜ਼ ਕਰਦੇ। ਇਸੇ ਤਰ੍ਹਾਂ ਜਿਹੜੇ ਦੁਨੀਆ ਦੇ ਵਿੱਚ ਇਨਸਾਨ ਨੇ, ਜਿਹੜੇ ਔਗਣਾਂ ਦੇ ਭਰੇ ਨੇ, ਉਹ ਇੱਕ ਖਾਲੀ ਘੜਿਆਂ ਦੇ ਵਾਂਗ ਨੇ। ਉਹ ਬੜਾ ਦਾਅਵਾ ਕਰਦੇ, ਮੈਂ ਸੰਤ, ਮੈਂ ਬ੍ਰਹਮ ਗਿਆਨੀ, ਮੈਂ 108। ਮੈਂ ਕਹਿੰਦਾ 108 ਨਹੀਂ ਕਹਿਣ ਦੀ ਲੋੜ, ਇਹਨਾਂ ਨੂੰ 420 ਕਿਹਾ ਕਰੋ। ਜਿਹੜੇ ਭਾਵ ਕਿਰਤੀਆਂ ਦੀ ਕਮਾਈ ਨੂੰ ਲੁੱਟਦੇ ਨੇ, ਜਿਹੜੇ ਮਿਹਨਤੀਆਂ ਦੀ ਕਮਾਈ ਤੇ ਜਿਹੜੇ ਪਲਣ ਵਾਲੇ ਨੇ, ਉਹ 108 ਨਹੀਂ, ਉਹ 420 ਤਾਂ ਹੋ ਸਕਦੇ ਨੇ। ਪਰ ਮੈਂ ਸਾਰਿਆਂ ਦਾ ਜ਼ਿਕਰ ਨਹੀਂ ਕਰਦਾ। ਬੜੇ ਸਤਿਕਾਰਯੋਗ ਐਸੇ ਵੀ ਨੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਤੁਸੀਂ ਉਹਨਾਂ ਬਾਰੇ ਜਾਣਦੇ ਹੋ। ਉਹਨਾਂ ਨੇ ਜੋ ਪੰਜਾਬ ਦੀ ਧਰਤੀ ਤੇ ਸਰਕਾਰਾਂ ਨੇ ਦਰਖਤਾਂ ਦਾ ਨਾਸ ਤੋਂ ਨਬੂਤ ਕਰ ਦਿੱਤਾ ਗਿਆ, ਜਿੰਨੇ ਦਰਖਤ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਲਾਏ ਨੇ, ਹੋ ਸਕਦਾ ਵੀ ਕਿਸੇ ਨੇ ਨਾ ਹੀ ਲਾਏ ਹੋਣ। ਬੜੇ ਨੇ ਐਸੇ, ਐਸੀ ਬਾਤ ਨਹੀਂ। ਖੈਰ ਮੈਂ ਜਿਹੜੀ ਬੇਨਤੀ ਕਰਾਂ, ਉਸ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ ਤੇ ਇਧਰੋਂ ਫਿਰ ਸੰਗਤਾਂ ਲੱਭ ਰਹੀਆਂ ਨੇ ਕਿ ਗੁਰਤਾ ਗੱਦੀ ਦੇ ਜਿਹੜੇ ਮਾਲਕ ਗੁਰੂ ਅੰਗਦ ਦੇ ਮਹਾਰਾਜ ਕਿੱਥੇ ਲੱਭੀਏ। ਅਖੀਰ ਸੰਗਤ ਇਕੱਠੀ ਹੋਈ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈ। ਬਾਬਾ ਜੀ, ਤੁਹਾਡੇ ਤੋਂ ਬਿਨਾ ਗੁਰੂ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ, ਕੋਈ ਦੱਸ ਨਹੀਂ ਸਕਦਾ। ਉਸੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਨੂੰ ਲਿਆ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਜਿੱਥੇ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਵਰਾਈ ਦੇ ਘਰ, ਆਪਣੀ ਭੂਆ ਦੇ ਘਰ ਇੱਕ ਕਮਰੇ ਵਿੱਚ ਬੰਦ ਨੇ, ਚੌਂਕੜਾ ਮਾਰ ਕੇ ਨੇਤਰ ਸੱਜਲ ਵਿਰਾਗ ਦੇ ਵਿੱਚ ਬੈਠੇ ਹੋਏ ਨੇ। ਪਰ ਸਾਹਮਣੇ ਗੇਟ ਦਰਵਾਜ਼ੇ ਤੇ ਇਹ ਗੱਲ ਲਿਖੀ ਹੈ ਚੁਖਾਠ ਦੇ ਉੱਪਰ, ਉੱਥੇ ਲਿਖਿਆ ਵੀ ਜਿਹੜਾ ਵੀ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ। ਬਸ ਇੰਨੀ ਗੱਲ ਲਿਖ ਦਿੱਤੀ ਗਈ। ਪਰ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਬਚਨਾਂ ਨੂੰ ਬੜੀ ਗੰਭੀਰਤਾ ਨਾਲ ਲਿਆ। ਗੁਰੂ ਦਾ ਬਚਨ ਵੀ ਨਹੀਂ ਮੋੜਿਆ ਤੇ ਗੁਰੂ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਾ ਦਿੱਤੇ ਨੇ। ਕਹਿੰਦੇ ਜਿੱਥੇ ਦਰਵਾਜ਼ੇ ਤੇ ਲਿਖਿਆ ਵੀ ਜਿਹੜਾ ਦਰਵਾਜ਼ਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਹੈ। ਸੰਗਤਾਂ ਵੇਖਿਆ ਵੀ ਹੁਣ ਕਿੱਦਾਂ ਦਰਸ਼ਨ ਕਰਾਂਗੇ। ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਪਿੱਛੋਂ ਦੀ ਗਏ, ਦਰਵਾਜ਼ੇ ਨੂੰ ਖੁਰਚਿਆ, ਕੰਧ ਵਿੱਚ ਪਾੜ ਲਾਇਆ ਤੇ ਅੰਦਰ ਚਲੇ ਗਏ ਤੇ ਜਾ ਕੇ ਨਮਸਕਾਰ ਕੀਤੀ ਤੇ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਬੁੱਢਿਆ ਸਾਹਮਣੇ ਦਰਵਾਜ਼ੇ ਦੇ ਉੱਪਰ ਜੋ ਲਿਖਿਆ ਸੀ ਤੂੰ ਪੜ੍ਹਿਆ ਨਹੀਂ? ਪਰ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣਦਿਆਂ ਹੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਪੜ੍ਹਿਆ ਵੀ ਹੈ, ਵੇਖਿਆ ਵੀ ਹੈ, ਪਰ ਮੈਂ ਤਾਂ ਦਰਵਾਜ਼ਾ ਖੋਲਿਆ ਹੀ ਨਹੀਂ, ਮੈਂ ਤਾਂ ਕੁੰਡੀ ਵੀ ਨਹੀਂ ਖੜਕਾਈ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬੁੱਢਿਆ ਲੋਕ ਤਾਂ ਬਾਹਰੋਂ ਕੁੰਡੀਆਂ ਤੇ ਦਰਵਾਜ਼ੇ ਖੜਕਾਉਂਦੇ ਨੇ, ਪਰ ਕਹਿੰਦੇ ਤੂੰ ਤਾਂ ਅੰਦਰ ਦੀ ਕੁੰਡੀ ਖੜਕਾਉਣ ਜਾਣਦਾ ਹੈ, ਤੂੰ ਅੰਦਰ ਦੀ ਪ੍ਰੀਤਮ ਵਾਲੀ ਕੁੰਡੀ ਖੜਕਾਈ ਹੈ। ਸਤਿਗੁਰਾਂ ਨੇ ਘੁੱਟ ਕੇ ਕਲੇਜੇ ਨਾਲ ਲਾਇਆ, ਬੜਾ ਪਿਆਰ ਦਿੱਤਾ। ਇੰਜ ਕਹਿ ਲੋ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੰਗਤਾਂ ਦੇ ਸਾਹਮਣੇ ਪ੍ਰਗਟ ਕਰਨ ਵਾਲਾ ਵੀ ਇੱਕ ਬਾਬਾ ਬੁੱਢਾ ਸੀ। ਤੇ ਬਾਬਾ ਬੁੱਢਾ ਸਾਹਿਬ ਜੀ ਖਡੂਰ ਸਾਹਿਬ ਦੀ ਧਰਤੀ ਤੇ ਆਏ, ਫਿਰ ਗੁਰੂ ਬਣ ਕੇ ਸੰਗਤ ਦੇ ਵਿੱਚ ਬਰਾਜੇ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਲੰਗਰ ਵਿੱਚ ਲਾਈ। ਫਿਰ ਗੁਰਮੁਖੀ ਵਿਦਿਆ, ਗੁਰਮੁਖੀ ਲਿਪੀ, ਬੱਚਿਆਂ ਨੂੰ ਵਿਦਿਆ ਪੜ੍ਹਾਉਣੀ, ਸ਼ਸਤਰ ਵਿਦਿਆ ਤੱਕ ਸਿਖਾਉਣੀ ਤੇ ਮਾਤਾ ਖੀਵੀ ਜੀ ਲੰਗਰ ਵਿੱਚ ਸੇਵਾ ਕਰਦੇ ਨੇ। ਤੇ ਅੱਜ ਤੇ ਤੁਸੀਂ ਵੇਖੋ ਉਹਨਾਂ ਲੋਕਾਂ ਨੂੰ ਮਾਤਾ ਖੀਵੀ ਦੇ ਅਵਾਰਡ ਦਿੱਤੇ ਗਏ। ਸ਼੍ਰੋਮਣੀ ਰਾਗੀਆਂ ਦੀਆਂ YouTube ਤੇ ਸੀੜੀਆਂ ਪਈਆਂ ਨੇ, ਜਿਨ੍ਹਾਂ ਨੇ ਕਹਿੰਦੇ ਉਹਨਾਂ ਬੀਬੀਆਂ ਨੂੰ ਮਾਤਾ ਖੀਵੀ ਦੇ ਅਵਾਰਡ ਦੇ ਦਿੱਤੇ ਗਏ।
ਜਿਹੜੀਆਂ ਕਦੇ ਹਰਮੰਦਰ ਸਾਹਿਬ ਮਹੀਨੇ ਵਿੱਚ ਕਦੇ ਗਈਆਂ ਤੱਕ ਨਹੀਂ। ਤੁਸੀਂ ਸਮਝ ਗਏ ਹੋਵੋਗੇ, ਖੈਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਮਾਤਾ ਖੀਵੀ ਕਿੰਨੀ ਮਹਾਨ ਹੈ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਬਾਬਾ ਬੁੱਢਾ ਜੀ ਸੇਵਾ ਕਰਦੇ ਨੇ ਤੇ ਮਾਤਾ ਖੀਵੀ ਜੀ ਵੀ ਨਾਲ ਸੇਵਾ ਕਰਦੇ ਨੇ। ਵੇਖੋ ਗੁਰੂ ਕੇ ਲੰਗਰ ਵਿੱਚ ਅੱਜ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ, ਗੁਰੂ ਕੇ ਲੰਗਰ ਵਿੱਚ ਖੀਰ ਵਰਤਦੀ ਹੈ ਤੇ ਨਾਲੋਂ ਨਾਲ ਇੱਕ ਸੱਜਣ ਸੇਵਾਦਾਰ ਘਿਓ ਜਿੰਨਾ ਮਰਜੀ ਮਹਿੰਗਾ ਕਿਉਂ ਨਾ ਹੋ ਜਾਏ, ਪਰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਲੰਗਰ ਵਿੱਚ ਤੇ ਮਾਤਾ ਖੀਵੀ ਦੇ ਉਸ ਲੰਗਰ ਵਿੱਚ ਅੱਜ ਵੀ ਖੀਰ ਦੇ ਵਿੱਚ ਘਿਓ ਪਾ ਕੇ ਨਾਲੋਂ ਨਾਲ ਵਰਤਾਇਆ ਜਾ ਰਿਹਾ ਹੈ। ਇੱਕੋ ਇੱਕ ਮਾਤਾ ਜੀ ਹਨ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੰਨਾ ਵੱਡਾ ਮਾਣ ਦਿੱਤਾ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ ਗੁਰੂ ਕਾ ਲੰਗਰ ਹੈ। ਇਹ ਨਹੀਂ ਵੀ ਗੁਰੂ ਕੇ ਲੰਗਰ ਵਿੱਚ ਜਾਂ ਘਿਓ ਨਾ ਵਰਤੇ ਜਾਂ ਗੁਰੂ ਕਾ ਲੰਗਰ ਜੀ ਐਵੇਂ ਆਮ ਹੀ ਹੋਵੇ, ਨਹੀਂ, ਗੁਰੂ ਕਾ ਲੰਗਰ ਵੀ ਵਧੀਆ ਹੋਣਾ ਚਾਹੀਦਾ ਹੈ। ਪਰ ਅਸੀਂ ਖਾਣਾ ਕਿਸ ਤਰ੍ਹਾਂ ਹੈ, ਜਿੰਨੀ ਕੁ ਸਾਡੀ ਲਿਮਟ ਹੈ, ਜਿੱਦਾਂ ਤੁਸੀਂ ਜਿੰਨਾ ਕੁ ਛਕ ਸਕਦੇ ਹੋ ਨਾ ਤੁਸੀਂ ਓਨਾ ਕੁ ਛਕ ਲਓ। ਵੀ ਜ਼ਰੂਰੀ ਹੈ ਵੀ ਜੇ 2 ਖਾਣੀਆਂ ਤੇ 8 ਲੰਘਾਉਣੀ ਹੈ, ਨਹੀਂ, ਓਨਾ ਕੁ ਛਕ ਸਕਦੇ ਆ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਸੇਵਾ ਕਰ ਰਹੇ ਨੇ, ਮਾਤਾ ਖੀਵੀ ਜੀ ਨਾਲ ਨੇ, ਕੁਝ ਸਮਾਂ ਬਤੀਤ ਹੁੰਦਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਬਾਅਦ ਫਿਰ ਸਮਾਂ ਆਉਂਦਾ ਹੈ, ਕਿਉਂਕਿ ਆਪਾਂ ਫੋਕਸ ਹੈ ਜਿਹੜਾ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਇਤਿਹਾਸ ਵੱਲ ਰੱਖਣਾ ਹੈ। ਬਾਬਾ ਅਮਰਦਾਸ ਜੀ ਆਉਂਦੇ ਨੇ ਸੇਵਾ ਸਿਮਰਨ ਕਰਕੇ, ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਿੱਥੇ ਬਾਬਾ ਬੁੱਢਾ ਜੀ ਨੂੰ ਇਹ ਗੱਲ ਆਖੀ, ਬੁੱਢਿਆਂ ਤੇਰੇ ਤੋਂ ਓਲੇ ਨਾ ਹੋਸਾਂ, ਉੱਥੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖਿਆ ਸੀ ਕਿ ਬੁੱਢਿਆਂ ਤਿੰਨ ਕੋ ਕਿਆ ਉਪਦੇਸੀਐ, ਜਿਨ ਗੁਰੂ ਨਾਨਕ ਦਿਓ ਮੈਂ ਤੈਨੂੰ ਕੀ ਉਪਦੇਸ਼ ਕਰ ਸਕਦਾ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਇੰਨੀਆਂ ਬਖਸ਼ਿਸ਼ਾਂ ਤੇ ਇੰਨੀਆਂ ਰਹਿਮਤਾਂ ਵਰਤਾ ਗਏ ਨੇ। ਤੇ ਜਦੋਂ ਫਿਰ ਗੁਰੂ ਅਮਰਦਾਸ ਜੀ ਆਏ ਤਾਂ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਆਖਿਆ ਕਿ ਬਾਬਾ ਬੁੱਢਾ ਜੀ ਤੁਸੀਂ ਸਿੱਖੀ ਦੀ ਹੱਦ ਹੋ, ਸਿੱਖੀ ਦੀ ਅਵਧ ਹੋ, ਭਾਵ ਜੋ ਸਿੱਖਿਆ ਤੁਹਾਡੇ ਕੋਲ ਹੈ ਹੋ ਸਕਦਾ ਕਹਿੰਦੇ ਹੋਰ ਕਿਸੇ ਦੇ ਹਿੱਸੇ ਨਾ ਆਈ ਹੋਵੇ। ਤੇ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਬਾਬਾ ਅਮਰਦਾਸ ਤੋਂ ਗੁਰੂ ਬਣੇ, ਜਦੋਂ ਆ ਕੇ ਖਡੂਰ ਸਾਹਿਬ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਗਏ ਨੇ, ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ 2 ਪੁੱਤਰ ਨੇ, ਦਾਤੂ ਜੀ ਤੇ ਦਾਸੂ ਜੀ। ਉਹਨਾਂ ਜਦੋਂ ਤੱਕਿਆ ਕਿ ਇਹ ਜਿਹੜਾ ਅਮਰਦਾਸ ਹੈ ਇਹ ਕੱਲ ਇੱਕ ਸਾਡੇ ਇਸ ਗੁਰੂ ਘਰ ਦੇ ਵਿੱਚ ਨੌਕਰਾਂ ਵਾਂਗ ਰਹਿੰਦਾ ਸੀ, ਇਹ ਕੌਣ ਹੁੰਦਾ ਹੈ ਗੁਰੂ ਬਣ ਕੇ ਬਹਿਣ ਵਾਲਾ। ਜਦੋਂ ਬਾਬਾ ਅਮਰਦਾਸ ਜੀ ਸਿੰਘਾਸਨ ਤੇ ਬੈਠੇ ਨੇ, ਇਤਿਹਾਸ ਤੁਸੀਂ ਪੜ੍ਹਿਆ ਕਿ ਬਾਬਾ ਦਾਤੂ ਜੀ ਨੇ ਬੜੀ ਜ਼ੋਰ ਦੀ ਵੱਖੀ ਵਿੱਚ ਲੱਤ ਮਾਰੀ ਤੇ ਸਿੰਘਾਸਨ ਤੋਂ ਥੱਲੇ ਡੇਗ ਦਿੱਤਾ। ਨਿਮਰਤਾ ਕਿੰਨੀ ਹੈ, ਕਿਉਂਕਿ ਇਹ ਗੱਲ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖੀ ਸੀ ਜਦੋਂ ਗਾਗਰ ਢੋਂਦਿਆਂ ਢੋਂਦਿਆਂ ਡਿੱਗ ਪਏ ਸਨ ਨਾ ਰਸਤੇ ਵਿੱਚ। ਜਲਾਈ ਕਹਿੰਦੀ ਸੀ ਅਮਰੂ ਨਿਥਾਵਾ ਹੈ, ਦਰ ਦਰ ਭੜਕਤਾ ਹੈ, ਇਹਨੂੰ ਥਾਂ ਕੋਈ ਨਹੀਂ, ਇਹ ਤਾਂ ਮੈਂ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ। ਤੇ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਆਏ ਸਨ ਤਾਂ ਉਸ ਸਮੇਂ ਗੁਰੂ ਅੰਗਦ ਦੇ ਮਹਾਰਾਜ ਨੇ ਆਖਿਆ ਸੀ ਕਿ ਬਾਬਾ ਅਮਰਦਾਸ ਕੀ ਹੋ ਗਿਆ, ਇੰਨੀ ਦੇਰੀ ਕਰ ਦਿੱਤੀ। ਤਾਂ ਬਾਬਾ ਅਮਰਦਾਸ ਜੀ ਕਹਿੰਦੇ ਮੈਂ ਡਿੱਗ ਪਿਆ। ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖਿਆ ਸੀ ਮੈਂ ਇਹੀ ਉਡੀਕ ਕਰਦਾ ਸੀ, ਮੈਂ ਵੇਟ ਕਰਦਾ ਸੀ ਕਦੋਂ ਤੁਸੀਂ ਡਿੱਗੋ ਤੇ ਮੈਂ ਤੁਹਾਨੂੰ ਚੁੱਕਾਂ। ਲੋਕ ਵੇਖ ਕੇ ਹੈਰਾਨ ਨੇ ਕਿ ਕਿਸੇ ਡਿੱਗੇ ਹੋਏ ਤੇ ਲੋਕ ਤਰਸ ਕਰਦੇ ਨੇ, ਪਰ ਗੁਰੂ ਅੰਗਦ ਦੇ ਮਹਾਰਾਜ ਖੁਸ਼ ਹੋ ਰਹੇ ਨੇ। ਪਰ ਲੋਕਾਂ ਨੂੰ ਕੀ ਪਤਾ, ਉਹਨਾਂ ਭੋਲੇ ਲੋਕਾਂ ਨੂੰ, ਕਿ ਸਤਿਗੁਰੂ ਜੀ ਕਿਸ ਡਿੱਗਣ ਦੀ ਗੱਲ ਕਰਦੇ ਨੇ। ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ ਕਿ ਬਾਬਾ ਅਮਰਦਾਸ ਅੱਜ ਤੇਰਾ ਸਰੀਰ ਨਹੀਂ ਡਿੱਗਿਆ, ਅੱਜ ਤੇਰੀ ਹਉਮੈ ਹੰਕਾਰ ਸਭ ਕੁਝ ਡਿੱਗ ਪਿਆ। ਜੀਵਨ ਵਿੱਚ ਇੰਨੀ ਕੁ ਨਿਮਰਤਾ ਆ ਗਈ, ਤੁਹਾਡੇ ਅੰਦਰ ਉਹ ਜਗ੍ਹਾ ਬਣ ਗਈ ਜਿਸ ਜਗ੍ਹਾ ਤੇ ਮੈਂ ਬੈਠਣਾ ਚਾਹੁੰਦਾ। ਤੇ ਉਹੀ ਬੰਦਾ ਇੰਨੀ ਗੱਲ ਬਰਦਾਸ਼ਤ ਕਰ ਸਕਦਾ ਹੈ ਜਿਹਦੇ ਵੱਖੀ ਵਿੱਚ ਲੱਤ ਮਾਰੀ ਹੋਵੇ ਤੇ ਉੱਠ ਕੇ ਗਲ ਪੈਣ ਦੀ ਬਜਾਏ ਉਹ ਭਾਈ ਦਾਤੂ ਜੀ ਦੇ ਚਰਨ ਪਕੜ ਕੇ ਆਖਿਆ ਬਾਬਾ ਦਾਤੂ ਜੀ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਗੁਰੂ ਪੁੱਤਰ ਜੇ, ਮੇਰਾ ਫਰਜ਼ ਬਣਦਾ ਸੀ ਕਿ ਜਦੋਂ ਤੁਸੀਂ ਦਰਬਾਰ ਵਿੱਚ ਆਏ ਸੀ ਮੈਂ ਸਿੰਘਾਸਨ ਛੱਡਦਾ ਤੇ ਤੁਹਾਨੂੰ ਸਿੰਘਾਸਨ ਤੇ ਬਿਠਾਉਂਦਾ। ਤੇ ਦਾਤੂ ਜੀ ਹੰਕਾਰ ਵਿੱਚ ਕਹਿਣ ਲੱਗੇ ਭਰੇ ਦਰਬਾਰ ਵਿੱਚ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਜਾਓ ਇਥੋਂ ਚਲੇ ਜਾਓ, ਸ਼ਾਮਾਂ ਤੋਂ ਪਹਿਲੋਂ ਤੁਸੀਂ ਸਾਡੇ ਘਰ ਦੇ ਨੌਕਰ ਜੇ ਗੁਰੂ ਬਣ ਕੇ ਬੈਠੇ ਹੋ, ਤੁਹਾਡਾ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਕਹਿੰਦੇ ਬਾਬਾ ਅਮਰਦਾਸ ਜੀ ਨੇ
ਹੱਥ ਜੋੜੇ ਬੜੀ ਨਿਮਰਤਾ ਦੇ ਨਾਲ। ਬੜਾ ਕੁਝ ਹੈ ਅੰਦਰ ਭਰਿਆ ਹੋਇਆ ਰੱਬੀ ਗੁਣ। ਅੱਜ ਬੰਦਾ ਥੋੜੀ ਥੋੜੀ ਚੌਧਰ ਦੇ ਵਾਸਤੇ ਕਿੰਨਾ ਲੜਦਾ ਹੈ, ਕਿੰਨੀ ਭੱਜ ਨੱਠ ਕਰਦਾ ਵੀ ਮੇਰਾ ਨਾਂ ਨਹੀਂ ਬੋਲਿਆ, ਮੇਰਾ ਨਾਂ ਨਹੀਂ ਬੋਲਿਆ, ਕਿੰਨਾ ਕੁਝ ਕਰਦਾ। ਇੱਥੋਂ ਤੱਕ ਜੇ ਕਿਸੇ ਨੂੰ ਗੁਰਦੁਆਰੇ ਵਿੱਚ ਪ੍ਰਧਾਨ ਸੈਕਟਰੀ ਨਾ ਕਹੋ, ਹੁਣ ਗੁੱਸਾ ਨਾ ਕਰ ਲਿਓ ਪਾਲਾ ਸਿੰਘ ਜੀ, ਤੁਸੀਂ ਕਿਸੇ ਨੂੰ ਨਾ ਕਹੋ ਤਾਂ ਅਗਲਾ ਉਸੇ ਸਮੇਂ ਕਹਿੰਦਾ ਹੈ ਵੀ ਮੇਰਾ ਨਾਂ ਨਹੀਂ ਲਿਆ। ਨਹੀਂ, ਇੱਥੇ ਜਿੱਦਾਂ ਭਾਈ ਸਾਹਿਬ ਨੇ ਪਹਿਲਾਂ ਆਖਿਆ ਵੀ ਇੱਥੇ ਸਾਰੀ ਆਪਾਂ ਸੇਵਾਦਾਰ ਹਾਂ। ਇੱਕ ਮੈਨੂੰ ਕਹਿਣ ਲੱਗਾ, ਚੰਗੀ ਤਰ੍ਹਾਂ ਯਾਦ ਹੈ, ਉਹ ਕਹਿੰਦਾ ਮੈਂ 20 ਸਾਲ ਗੁਰਦੁਆਰੇ ਦਾ ਪ੍ਰਧਾਨ ਰਿਹਾ। ਮੈਂ ਕਿਹਾ ਤੂੰ ਕਿਹੜਾ ਫਿਰ ਖਾਲਿਸਤਾਨ ਬਣਾਤਾ? 20 ਗ੍ਰੰਥੀ ਭਜਾਏ ਹੋਣੇ, 20 ਰਾਗੀ ਜਥੇ ਭਜਾਏ ਹੋਣੇ, ਜਾਂ ਤਾਂ 10 ਜੇ ਤਾਂ 20-25 ਸਾਲ ਗੁਰੂ ਘਰ ਰਹਿ ਕੇ ਕੋਈ ਕੌਮ ਦਾ ਕੁਝ ਸਵਾਰਿਆ ਜਾਂ ਗੁਰੂ ਅਸਥਾਨ ਵਾਸਤੇ ਬਹੁਤ ਕੁਝ ਕੀਤਾ ਹੈ, ਫਿਰ ਤਾਂ ਮੈਂ ਤੇਰੇ ਚਰਨ ਪਕੜਦਾ, ਮੁਬਾਰਕਾਂ। ਤੇ ਜੇ ਤੂੰ ਭਜਾਉਂਦਾ ਹੀ ਰਿਹਾ ਵਿਚਾਰੇ ਗ੍ਰੰਥੀ ਰਾਗੀ ਸੇਵਾਦਾਰਾਂ ਨੂੰ, ਤੇ ਫਿਰ 20 ਦੀ ਜਗ੍ਹਾ ਭਾਵੇਂ 100 ਸਾਲ ਵੀ ਰਹਿ ਜੀ, ਇੱਥੇ ਤੇ ਕੋਈ ਗੱਲ ਲੇਖੇ ਵਿੱਚ ਨਹੀਂ। ਇੱਥੇ ਵੇਖੋ ਗਦਰੀ ਬਾਬਿਆਂ ਦਾ ਇਤਿਹਾਸ, ਤੁਸੀਂ ਉਹਨੂੰ ਵਿਸ਼ੇ ਤੋਂ ਓਲੇ ਨਾ ਜਾਵਾਂ। ਉਹਨਾਂ ਕਮਾਈ ਕੀਤੀ ਆਪਣਾ ਆਪ, ਕਿਹਦਾ ਜੀ ਨਹੀਂ ਕਰਦਾ ਇੱਥੇ ਰਹਿਣ ਵਾਸਤੇ, ਕਿਹਦਾ ਦਿਲ ਨਹੀਂ ਕਰਦਾ, ਪਰ ਕਹਿੰਦੇ ਸਾਨੂੰ ਇਹਨਾਂ ਜਗ੍ਹਾਵਾਂ ਤੇ ਬਿਠਾਉਣ ਲਈ ਕਿੰਨੀ ਏਕਤਾ, ਪਰਸਪਰ ਉਹਨਾਂ ਵਿੱਚ ਪਿਆਰ ਸੀ। ਤੇ ਉਹਨਾਂ ਨੂੰ ਪਤਾ ਹੈ ਇੱਥੋਂ ਜਾਵਾਂਗੇ ਤੇ ਫਾਂਸੀ ਤੇ ਸਾਨੂੰ ਲਟਕਾ ਦੇਣਾ ਹੈ। ਉਹਨਾਂ ਦੇ ਜੀਵਨ ਨੂੰ ਪੜ੍ਹਦੇ ਆ ਤੇ ਬੜਾ ਕੁਝ ਮਿਲਦਾ ਹੈ। ਖੈਰ ਕਹਿੰਦੇ ਜਦੋਂ ਦਾਤੂ ਜੀ ਨੇ ਲੱਤ ਮਾਰੀ, ਕਹਿੰਦੇ ਚਲੇ ਜਾਓ ਤੁਸੀਂ ਇੱਥੋਂ। ਕਹਿੰਦੇ ਉਸੇ ਸਮੇਂ ਬਾਬਾ ਅਮਰਦਾਸ ਜੀ ਗੁਰੂ ਹਨ, ਪਰ ਕਹਿੰਦੇ ਇਹ ਕੇਵਲ ਅਮਰਦਾਸ ਜੀ ਜਾਣਦੇ ਨੇ ਕਿੱਥੇ ਚਲੇ ਗਏ। ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਾਸਰ ਕੇ ਚਲੇ ਗਏ। ਬਾਸਰ ਕੇ ਪਿੰਡ ਜਾ ਕੇ ਜਿੱਦਾਂ ਗੁਰੂ ਅੰਗਦ ਦੇ ਮਹਾਰਾਜ ਜੀ ਆਪਣਾ ਆਪ ਛੁਪਾ ਰਹੇ ਸਨ। ਹੁਣ ਜੋਤ ਤਾਂ ਉਹੀ ਹੈ ਨਾ, ਸਰੀਰ ਜਾਮਾ ਬਦਲ ਰਿਹਾ, ਜੋਤ ਉਹੀ ਹੈ। ਜਦੋਂ ਵੀ ਤੁਸੀਂ ਬਾਣੀ ਪੜੋਗੇ, ਅਖੀਰ ਹਰ ਇੱਕ ਸ਼ਬਦ ਵਿੱਚ ਤੁਹਾਨੂੰ ਨਾਨਕ ਬਚਨ ਆਏਗਾ। ਜਿਹੜਾ ਵੀ ਸ਼ਬਦ ਪੜ੍ਹ ਲਓ, ਇਹ ਤੋਂ ਭਾਵ ਇਹ ਹੈ ਕਿ ਜਾਮੇ 10 ਧਾਰਨ ਕੀਤੇ ਨੇ, ਜਾਮੇ ਸਰੀਰ ਬਦਲੇ ਨੇ, ਜੋਤ ਨਹੀਂ ਬਦਲੀ, ਜੋਤ ਉਹੀ ਤੁਰੀ ਆ ਰਹੀ ਹੈ। ਜਨ ਕਹਿ ਨਾਨਕ ਲਾਮ ਪਹਿਲੀ, ਆਰੰਭ ਕਾਜ ਰਚਾਇਆ। ਜਿਹੜਾ ਵੀ ਸ਼ਬਦ ਤੁਸੀਂ ਪੜੋਗੇ, ਇਹਦਾ ਮਤਲਬ ਵੀ ਗੁਰੂ ਇੱਕੋ ਹੀ ਹੈ, ਜੋਤ ਇੱਕੋ ਹੀ ਹੈ। ਜਦੋਂ ਕਹਿੰਦੇ ਬਾਬਾ ਅਮਰਦਾਸ ਬਾਸਰ ਕੇ ਪਿੰਡ ਚਲੇ ਗਏ, ਸੰਗਤਾਂ ਫਿਰ ਬੇਬਲ ਹੋ ਗਈਆਂ, ਗੁਰੂ ਅਮਰਦਾਸ ਜੀ ਨੂੰ ਲੱਭ ਰਹੀਆਂ ਹਨ। ਪਤਾ ਚੱਲਿਆ ਕਿ ਦਾਤੂ ਜੀ ਨੇ ਲੱਤ ਮਾਰੀ ਹੈ, ਬੜਾ ਹੀ ਕੌੜਾ ਬਚਨ ਤੱਕ ਵੀ ਬੋਲੇ ਨੇ, ਬਹੁਤ ਕੁਝ ਆਖਿਆ ਹੈ। ਕਹਿੰਦੇ ਉਸ ਸਮੇਂ ਸੰਗਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਰਨ ਵਿੱਚ ਆਈਆਂ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ, ਅਸੀਂ ਬੜਾ ਗੁਰੂ ਅਮਰਦਾਸ ਜੀ ਨੂੰ ਲੱਭਿਆ, ਟੋਲਿਆ, ਭਾਲਿਆ, ਪਰ ਉਹ ਕਿਤੇ ਵੀ ਨਹੀਂ ਲੱਭਦੇ। ਤੁਹਾਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਕਰਕੇ ਗਏ ਨੇ, ਤੁਹਾਨੂੰ ਜ਼ਰੂਰ ਪਤਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇ ਮਹਾਰਾਜ ਇਹ ਗੱਲ ਸੰਗਤਾਂ ਵਿੱਚ ਕਹਿ ਗਏ ਸਨ। ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਕਾਨ ਸਿੰਘ ਨਾਭਾ ਨੇ ਲਿਖਿਆ, ਜਿੱਥੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਨੇ, ਤੇ 6 ਪਾਤਸ਼ਾਹੀਆਂ, ਖਿਮਾ ਕਰਨੀ 8 ਪਾਤਸ਼ਾਹੀਆਂ ਦੇ ਵਿੱਚੋਂ, ਕਿਉਂਕਿ 8 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ। ਤੁਸੀਂ ਕਹੋਗੇ 8 ਦੇ ਕਿਵੇਂ? ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੀ ਆਮਦ ਹੁੰਦੀ ਹੈ 22 ਅਕਤੂਬਰ 1506 ਨੂੰ, ਤੇ ਉਹਨਾਂ ਸਮਿਆਂ ਵਿੱਚ 8ਵੇਂ ਪਾਤਸ਼ਾਹ ਦਾ ਵੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ 5 ਭੂਤਕ ਸਰੀਰ ਛੱਡਣ ਤੱਕ, ਕਿਉਂਕਿ 16 ਨਵੰਬਰ 1631 ਨੂੰ ਬਾਬਾ ਬੁੱਢਾ ਸਾਹਿਬ ਜੀ ਆਪਣਾ ਸਰੀਰ ਛੱਡਦੇ ਨੇ, ਤੇ ਉਸ 1631 ਦੇ ਵਿੱਚ ਲਗਭਗ ਇਹਨਾਂ ਗੁਰੂਆਂ ਦਾ ਪ੍ਰਕਾਸ਼ ਹੋ ਚੁੱਕਿਆ ਸੀ। 8ਵੇਂ ਪਾਤਸ਼ਾਹ ਦਾ ਵੀ, 6ਵੇਂ ਪਾਤਸ਼ਾਹ ਦਾ ਵੀ, 7ਵੇਂ ਪਾਤਸ਼ਾਹ ਦਾ ਵੀ। 8 ਗੁਰੂਆਂ ਦੇ ਵਿੱਚੋਂ 5 ਪਾਤਸ਼ਾਹੀਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਆਪਣੇ ਹੱਥੀਂ ਲਗਾਇਆ ਹੈ। ਹੁਣ ਇਹ ਬਚਨ ਸਤਿਗੁਰੂ ਜੀ ਕਰ ਗਏ ਸਨ ਕਿ ਜੋ ਕੁਝ ਵੀ ਤੁਸੀਂ ਪੁੱਛਣਾ ਬਾਬਾ ਬੁੱਢਾ ਸਾਹਿਬ ਜੀ ਤੋਂ ਪੁੱਛਣਾ। ਕਹਿੰਦੇ ਉਸੇ ਸਮੇਂ ਬਾਸਰ ਕੇ ਨਗਰ ਗਏ, ਤੇ ਜਾਣ ਤੋਂ ਪਹਿਲਾਂ ਜਿਹੜੀ ਘੋੜੀ ਉੱਪਰ ਗੁਰੂ ਅਮਰਦਾਸ ਜੀ ਅਸਵਾਰ ਹੁੰਦੇ ਸਨ, ਉਸ ਘੋੜੀ ਨੂੰ ਖੋਲਿਆ ਖਡੂਰ ਸਾਹਿਬ ਤੋਂ। ਕਹਿੰਦੇ ਉਸੇ ਘੋੜੀ ਨੇ ਸਿੱਧੇ ਚਾਲੇ ਬਾਸਰ ਕੇ ਨਗਰ ਵੱਲ ਚਾਲੇ ਪਾਤੇ, ਜਿਸ ਕੋਠੇ ਦਰਵਾਜ਼ੇ ਵਿੱਚ ਗੁਰੂ ਅਮਰਦਾਸ ਜੀ ਬਿਰਾਜੇ ਨੇ, ਤੇ ਉਸੇ ਦਰਵਾਜ਼ੇ ਦੇ ਅੱਗੇ ਜਾ ਕੇ ਘੋੜੀ ਰੁਕ ਗਈ। ਵੇਖੋ ਪਸ਼ੂ ਜਾਨਵਰ ਵੀ ਬੜੀ ਭਾਸ਼ਾ ਸਮਝਦੇ ਨੇ। ਉੱਥੇ ਜਾ ਕੇ ਖਲੋਤੀ ਦਰਵਾਜ਼ੇ ਤੇ, ਉੱਥੇ ਫਿਰ ਉਹੀਓ ਗੱਲ ਲਿਖੀ ਹੈ ਜਿਹੜੀ ਦੂਜੇ ਜਾਮੇ ਵਿੱਚ ਲਿਖੀ ਸੀ
कि कोई भी कुंडी ना खड़काए, दरवाजा ना खोले, जिहड़ा खोलेगा वो मेरा सिख नहीं। पर कहते बाबा बूढ़ा साहब जी ने उत्थे भी पिछों दी जाके दरवाजा खोलिया ते फिर गुरु अमरदास साहब सच्चे पातशाह नूं संगत विच प्रगट कीता। बासरके तो फिर गोइंदवाल साहब की धरती ते गुरु अमरदास साहब सच्चे पातशाह आए, कीर्तन होया, गुरमत विचारा होइयां, बाणी का प्रवाह चलिया। पर गोइंदवाल साहब की धरती ते जिहड़े लोग सुच भिट जात गोत आदिक इन्हां चक्रां दे विच पए सन ते गुरु अमरदास साहब सच्चे पातशाह ने उत्थे फिर जिहड़ी बौली का निर्माण किया 84 पौड़ियां वाली वो बौली, ते जदों उहदा टक लाया, पहला टक जिहड़ी कही सी वो भी गुरु अमरदास साहब सच्चे पातशाह ने बाबा बूढ़ा साहब जी के हत्थ विच पकड़ाई। वो बौली साहब इस गल का वो प्रतीक सी, क्योंकि जिहड़े लोग सन ना वो छूत छात भिट भिन्न आदिक इन्हां गल्लां विच विश्वास रखते सन। ते मेरे गुरु साहब जी ने वो बौली साहब का निर्माण करके उन्हां लोकां नूं इकट्ठियां कीता जिहड़े इंसानीयत तौर ते एक दूजे तो बड़े दूर हो चुके सन। लंगर दी जदों प्रथा उत्थे शुरू कीती, लंगर दी प्रथा शुरू होई ते घुंड दी जिहड़ी प्रथा वो खत्म कीती। अज तो 25 साल जे मैं नहीं भुलदा पिछे चले जाओ तां बीबियां नूं घुंड कढ़ना पैंदा सी। तुसीं पिंडां दे रहण वाले हो बुजुर्ग बापू, जदों भी किसी बुजुर्ग ने किसी दे घर जाना ते बीबी नूं अपने मूँह ते घुंड कढ़ना पैंदा, भावें जेठ हाड़ दी धुप्प हुंदी। ते जे कोई पढ़ी लिखी बीबी ना घुंड कढ़दी, घरे जाके बापू कहंदा लै उन्हां दी किहड़ी नूंह है, उहनूं तां अकल ही नहीं धेले दी, उहने तां मैनूं वेख के घुंड ही नहीं कढ़िया। लोकां दी बिरती उदों इदां दी सी। ये जिहड़ी घुंड प्रथा है, जिहड़ी आज़ादी है, ये मेरे गुरु अमरदास साहब सच्चे पातशाह ने खत्म कीती। भाव आज़ादी दिती ते गुलामी खत्म कर दिती। ते जदों बौली सब तैयार हो गई ना तां कुछ जिहड़े लोग सन वो फिर आगरे गए, अकबर बादशाह नूं जाके शिकायतां कीतियां कि वेखो जिहड़ा गुरु अमरदास गुरगद्दी ते सुभाए मान है ते यह उस समय एक इहने नवीं मर्यादा चलाई लंगर दी, एक मर्यादा बौली का निर्माण कर दिता है। लोग कल्ले बह के लंगर छकते ने, कट्ठियां बह के ते कट्ठे ही उस बौली विच इशनान करते ने। ये तां साडे धर्म नूं भ्रिष्टदे पए ने। अकबर बादशाह ने जो गल सुनी, कई दफा आपां जदों किसी की गल सुनते आपां भड़क उठते हैं, उहदी तैं तक नहीं जाते। अकबर एक दफा ते भड़क उठिया, हुक्म किया, कहंदे कोई बुला के लियाओ गुरु अमरदास जी नूं। इतिहास कहंदा उस समय गुरु अमरदास साहब जी ने भाई जेठा जी नूं ते बाबा बूढ़ा साहब जी नूं आगरे भेजिया। ते बाबा बूढ़ा साहब जी ने शब्द दी रोशनी दे विच जो कुछ गोइंदवाल साहब हो रहा सी, कहंदे अकबर बादशाह नूं आखिया, अकबर इत्थे बह के रौला पाउण दी लोड़ नहीं, तू गोइंदवाल साहब आ ते दर्शन कर। जो तू सुनिया वो नहीं, जो तू वेखेगा असलीयत विच वो है। कहंदे जिस समय गोइंदवाल साहब आउंदे तां उस समय इहदे अहलकार कहंदे ने कि अकबर बादशाह आया ते गुरु अमरदास साहब कहंदे लंगर विच जावें, प्रशादा छके, दरबार सजिया, ये उत्थे फिर आके बह सकदा है। ते अकबर बादशाह नूं इस गल दा ज्ञान हो गया कि इत्थे किसी दी विशेषताई नहीं, किसी नूं इत्थे स्पैशल कोई अहुदा नहीं। इस बौली दे विच इकट्ठे इशनान कर सकते ने, जल छक सकते ने और इत्थे लंगर विच प्रशादा पानी छक सकते ने। ये तां भाव जिहड़ी इंसानियत खत्म हो रही सी ते गुरु अमरदास साहब जी लोकां अंदर इंसानियत प्रगट कर रहे ने। अज भी जे कोई बंदा कवे मैं इहदे हत्थों नहीं खांदा, मैं इहदे हत्थों नहीं खांदा, ਇਹਦਾ ਮੈਨੂੰ ਹੱਥ ਲੱਗ ਗਿਆ, ਇਹ ਝੂਠ ਹੋ ਗਈ। ਵੇਖੋ ਸੁਚਮਤਾਈ ਜ਼ਰੂਰੀ ਹੈ। ਸੁਚਮ ਗੋਰਿਆਂ ਨੂੰ ਮੈਨੂੰ ਨਹੀਂ ਲੱਗਦਾ ਵੀ ਝੂਠ ਬਾਰੇ ਪਤਾ ਹੋਵੇ ਵੀ ਝੂਠ ਕੀ ਹੁੰਦੀ ਹੈ, ਉਹਨਾਂ ਨੂੰ ਨਹੀਂ ਪਤਾ ਬਿਲਕੁਲ ਵੀ। ਸੁਚਮਤਾਈ ਜ਼ਰੂਰ ਹੈ, ਹੱਥ ਧੋਣੇ ਆ, ਹੱਥ ਸਾਫ਼ ਰੱਖਣੇ ਆ, ਲੰਗਰ ਵਿੱਚ ਹੱਥ ਧੋ ਕੇ ਪ੍ਰਸ਼ਾਦਾ ਪਾਣੀ ਆਪਾਂ ਚੁੱਕਣਾ ਹੈ, ਵਰਤਾਉਣਾ ਹੈ। ਜਿੱਦਾਂ ਹੁਣ ਬਿਮਾਰੀ ਚੱਲ ਰਹੀ ਹੈ, ਜਿਹੜੇ ਵਰਤਾ ਰਹੇ ਨੇ ਉਹਨਾਂ ਨੂੰ ਮੂੰਹ ਦੇ ਉੱਪਰ ਆਪਣੇ ਮਾਸਕ ਵਰਤਾਉਣ ਵਾਲਿਆਂ ਨੂੰ ਜ਼ਰੂਰ ਪਾਉਣਾ ਚਾਹੀਦਾ, ਜਿੱਦਾਂ ਦਾ ਸਮਾਂ ਚੱਲ ਰਿਹਾ ਹੈ। ਇਹ ਸੁਚਮਤਾਈ ਲਾਜ਼ਮੀ ਰੱਖਣੀ ਹੈ। ਜਦੋਂ ਕਹਿੰਦੇ ਅਕਬਰ ਨੇ ਸਾਰਾ ਦ੍ਰਿਸ਼ ਸਾਹਮਣੇ ਤੱਕਿਆ ਵੇਖਿਆ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਇਆ। ਤੇ ਇਧਰੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ
गुरु अमरदास साहिब सच्चे पातशाह सचखंड पियाना कर गए ते गुरता गद्दी दे उपर सुभाएमान हुंदे ने। फिर भाई जेठा जी चौथे पातशाह धन श्री गुरु रामदास जी भाई लैणा जी नूं गुरता गद्दी दा जिहड़ा तिलक सी बाबा बुढ़ा साहिब जी ने लाया ते गुरता गद्दी दा तिलक बाबा अमरदास जी नूं बाबा बुढ़ा साहिब जी ने लाया। भाई जेठा जी गुरु रामदास बने। ये भी किरपा कहते बाबा बुढ़ा साहब जी की होई, क्योंकि पहला मैं अर्ज कर चुकिया कि गुरु अंगद दे महाराज कहते कि बाबा बुढ़ा जी तिन को क्या उपदेसी है जिन गुरु नानक देओ। गुरु अमरदास जी कहते बाबा बुढ़ा जी तुहाडे तो अगे सिੱਖੀ दी गल कोई नहीं। चौथे गुरुदेव गुरु रामदास साहब सच्चे पातशाह ने जदों सरोवर की सेवा आरंभ हुई ना, जिहड़ा पहला टक जिन्हों आपां मोड़ी तक कहने आ, कहते वो सेवा भी बाबा बुढ़ा साहब जी तो ही लई गई। जदों 1606 दे विच श्री अकाल तख्त साहिब जी की स्थापना की गई। इतिहास पढ़ो, ਉਹਦੇ ਵਿੱਚ लिखिया किसी राज मजदूर हाथ ना लगायो बूढ़ा और गुरदास बनायो। कहते जी पहली इट ते टक जिहड़ा नींह पत्थर रखिया गया वो बाबा बुढ़ा साहब जी तो रखवाया गया, क्योंकि एक धार्मिक स्थान बन रहा है। एक बहुत बड़ा श्री अकाल तख्त साहब जी की स्थापना हो रही है। गुरु हरगोबिंद साहब चाहते तो मौके की हुकूमत जहांगीर बादशाह नूं बुला के भी अकाल तख्त का नींह पत्थर रख सकते सन। अज गुरुद्वारियां का नींह पत्थर रखना होवे तां पंजाब दे विच वड्डे तो वड्डा लीडर बुलाया जाता है, ते जे लीडरां तो पत्थर रखावांगे तां फिर लोग भी गुरुद्वारियां च लीडर ही घोटणगे, उत्थे गुरमत की गल नहीं होनी। पर गुरु हरगोबिंद साहब चाहते तां बुला सकते सन जहांगीर बादशाह नूं, कि उदों बादशाह जां राजे लोग नहीं सन। पर जे किसी महान स्थान नूं बनाउणा है तां फिर किसी महान व्यक्ति की ही चोण करनी पैंदी है। ये सोच सी गुरुआं दी। खैर कहते अकाल तख्त साहब की स्थापना की गई। फिर थोड़ा जिहा पिछे आ जाओ। अज आपां जिथे बाबा बुढ़ा साहब जी का प्रकाश जन्म दिहाड़ा मना रहे हैं, तो गुरु ग्रंथ साहब जी का गुरता गद्दी दिवस भी है। 7वें गुरुदेव का ज्योति जोत है, तो 8वें गुरुदेव का गुरता गद्दी दिवस मना रहे हैं। जदों गुरु अर्जन देव महाराज सच्चे पातशाह ने तकिया कि संसार के सारे लोगों के कोल वक्खो वखरे आपो अपने धार्मिक ग्रंथ ने, तो गुरु अर्जन देव महाराज जी ने एक महान ग्रंथ की तैयारी की, बड़ी लंबी दूर अंदेशी। तो वह सन धन श्री गुरु ग्रंथ साहिब महाराज जी की जदों संपादना की गई ना, तो सारी रात गुरु अर्जन देव महाराज सच्चे पातशाह गुरु ग्रंथ साहब जी ने एक कोठे विच निवास किया पलंगे दे उपर ते आप गुरु अर्जन देव महाराज सच्चे पातशाह भुंजे बराजे सन। पर सारी रात ये सोचते रहे कि इन्ना वड्डा जिहड़ा महान ग्रंथ रचिया है, जिन्हों बनाउण दे वास्ते बड़ी मेहनत कमाई की गई है, पर कहते इहदा जिहड़ा ग्रंथी सिंह है ना, ग्रंथी सिंह वो भी कोई महान ही होना चाहिए है। कि गुरु अर्जन देव महाराज की नज़र विच कोई उस समय महान लोग नहीं सन। दुनियावी तौर पर धनी लोग बहुत सन, पर जिन्हां दे जीवन विच भागठड़े हर संत तुम्हारे, जिन घर धन हर नामा प्रवान गणी सई ए आए, सकल पूर्ण संत जना के कामा। भाव इहो जी महान शख्सियत जे नज़र आई तो वह केवल ते केवल बाबा बुढ़ा जी सन। ते उस समय गुरु अर्जन देव महाराज सच्चे पातशाह ने कहते वो जिहड़ा महान ग्रंथ कहते उस नूं बड़ी शरधा भावना दे नाल एक कीर्तन रूप दे विच सीस दे उपर चुकिया, ते बाबा बुढ़ा साहब ते सारियां संगतां आईयां। ते जदों पहला प्रकाश कीता ना हरमंदर साहब दे विच, ते पहला प्रकाश भी बाबा बुढ़ा साहब जी ने कीता। जिहड़ा पहला मुख वाक लिया, ते उस मुख वाक दी जिहड़ी पहली शब्द की कथा हुई वो धन धन बाबा बुढ़ा साहब जी ने की। मुख वाक आया सी 783 अंग दे उपर। धन गुरु अर्जन देव महाराज जी का बचन सूही महला 5वां, संतां के कारज आप खलोया, हर कम करावण आया राम। तो उस समय धन गुरु अर्जन देव महाराज जी ने आख्या सी बूढ़ा साहिब खोलो ग्रंथ। खोलो दे अर्थ उन्होंने प्रकाश करना।
ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼। ਆਵਾਜ਼ ਦੇ ਅਰਥ ਨੇ ਮੁੱਖ ਵਾਕ ਲੈਣਾ। ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼, ਸੁਨੇ ਸਭ ਪੰਥ। ਬੁੱਢਾ ਸਾਹਿਬ ਗ੍ਰੰਥ ਜਬ ਖੋਲਾ, ਲੈ ਆਵਾਜ਼ ਮੁਖ ਤਬ ਬੋਲਾ। ਕਿਹੜਾ ਬੋਲ, ਕਿਹੜੇ ਬਚਨ ਆਏ? ਸੰਤਾਂ ਕੇ ਕਾਰਜ ਆਪ ਖਲੋਇਆ। ਇੰਨੀਆਂ ਰਹਿਮਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੰਨਾ ਮਾਣ ਬਖਸ਼ਿਆ ਬਾਬਾ ਬੁੱਢਾ ਸਾਹਿਬ ਜੀ ਨੂੰ। ਇੰਨਾ ਮਾਣ, ਤੁਸੀਂ ਇਹ ਗੱਲ ਯਾਦ ਰੱਖਿਓ ਆਪਣੇ ਜੇਨ ਵਿੱਚ। ਸਮਾਂ ਆ ਰਿਹਾ ਹੈ, ਸਮਾਂ ਇਹੋ ਜਿਹਾ ਆ ਰਿਹਾ ਹੈ ਕਿ ਕਿਸੇ ਨੇ ਵੀ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਣਾ। ਮੈਂ ਤਾਂ ਬਣਾਉਂਦਾ ਨਹੀਂ, ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠਾ, ਮੈਂ ਆਪ ਖੁਦ ਨਹੀਂ ਬਣਾਉਂਦਾ। ਸਮਾਂ ਆ ਰਿਹਾ, ਕੋਈ ਵੀ ਕਿਸੇ ਨੇ, ਤੁਸੀਂ ਕਿੰਨੇ ਕੁ ਬੈਠੇ ਹੋ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਗ੍ਰੰਥੀ ਜਾਂ ਰਾਗੀ ਸ਼ੌਂਕੀਆ ਤੌਰ ਤੇ ਤੁਸੀਂ ਸ਼ਬਦ ਕੀਰਤਨ ਆਪਣੇ ਨਿਆਣੇ ਬੱਚਿਆਂ ਨੂੰ ਸਿਖਾਉਂਦੇ ਹੋ। ਜਿਉਂ ਹੀ ਉਹ 20-25 ਸਾਲ ਦੇ ਹੋਣਗੇ ਉਹ ਨਹੀਂ ਕੀਰਤਨ ਕਰਦੇ, ਉਹ ਕਹਿੰਦੇ ਆਪ ਦਾ ਅਸੀਂ ਕੰਮ ਕਰਾਂਗੇ। ਕਿਉਂ? ਕਿਉਂਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ ਰਾਗੀਆਂ ਨੂੰ ਇੰਜ ਕਹਿ ਲਓ ਅਸੀਂ ਕਿਸ ਲੈਵਲ ਦੇ ਨਾਲ, ਕਿਸ ਬਿਰਤੀ ਨਾਲ ਤੱਕਦੇ ਹਾਂ। ਜਿਵੇਂ ਜ਼ਿਆਦਾ ਬੋਲ ਦਿੱਤਾ ਤੇ ਹੋ ਸਕਦਾ ਕਮੇਟੀ ਕਵੇ ਗਿਆਨੀ ਜੀ ਹੁਣ ਫਿਰ ਜਾਓ, ਗ੍ਰੀਨ ਕਾਰਡ ਤਾਂ ਆ ਗਿਆ, ਵੀ ਹੁਣ ਤੁਸੀਂ ਜਾਓ ਘਰ ਨੂੰ, ਵੀ ਹੁਣ ਤੁਹਾਡਾ ਇੱਥੇ ਕੋਈ ਕੰਮ ਨਹੀਂ। ਖੈਰ ਸਤਿਗੁਰੂ ਜੀ ਕਿਰਪਾ ਕਰਨ, ਤੁਸੀਂ ਸਮਝ ਗਏ ਹੋਵੋਗੇ। ਇਸ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਕਿ ਗੁਰਦੁਆਰਿਆਂ ਦੇ ਵਿੱਚ ਚੰਗੇ ਵਧੀਆ ਗ੍ਰੰਥੀ ਸਿੰਘ, ਮੈਂ ਨਹੀਂ ਕਹਿੰਦਾ ਮੈਂ ਚੰਗਾ ਵੀ ਮੈਨੂੰ ਹੀ ਰੱਖੋ, ਵੀ ਹੋਰ ਨਾ ਕਿਸੇ ਨੂੰ ਟਾਈਮ ਦਿਓ, ਮੈਨੂੰ ਭਾਵੇਂ ਕੱਲ ਨੂੰ ਤੋਰ ਦਿਓ, ਪਰ ਜੇ ਤੁਸੀਂ ਗੁਰੂ ਘਰਾਂ ਦੇ ਵਿੱਚ ਚੰਗੇ ਗ੍ਰੰਥੀ ਰਾਗੀ ਸਿੰਘ, ਭਾਵੇਂ ਕਿਤੇ ਵੀ ਪੂਰਾ ਵਰਲਡ ਵਿੱਚ ਆਵਾਜ਼ ਇਹ ਜਾ ਰਹੀ ਹੈ, ਨੈਟ ਰਾਹੀਂ ਤੁਸੀਂ ਸੁਣ ਰਹੇ ਹੋ, ਜੇ ਅਸੀਂ ਨਹੀਂ ਨਾ ਸੰਭਾਲਾਂਗੇ ਤੇ ਤੁਹਾਨੂੰ ਕੋਈ ਮੁੱਖ ਵਾਕ ਸੁਣਾਉਣ ਵਾਲਾ ਵੀ ਨਹੀਂ ਲੱਭਣਾ, ਕੋਈ ਤੁਹਾਨੂੰ ਅਰਦਾਸ ਗੁਰੂ ਅੱਗੇ ਕਰਨ ਵਾਲਾ ਨਹੀਂ ਲੱਭਣਾ। ਭਾਵੇਂ ਤੁਸੀਂ ਆਪ ਕਰ ਲੋਗੇ, ਪਰ ਜਿਹੜੀ ਗੁਰੂ ਘਰ ਦੀ ਮਰਜ਼ਾਦਾ, ਕਿਸੇ ਦੀ ਡੈਥ ਹੁੰਦੀ ਹੈ ਉਹਦਾ ਫਿਊਨਰਲ ਕਰਨਾ, ਸਹਿਜ ਪਾਠ ਰੱਖਣਾ, ਅਰਦਾਸ ਬੇਨਤੀ ਕਰਨੀ, ਮੇਰੇ ਖਿਆਲ 'ਚ ਕਿਸੇ ਨੇ ਇਹ ਲਾਈਨ ਚੁਣਨੀ ਹੀ ਕੋਈ ਨਹੀਂ, ਕਿਉਂਕਿ ਇੰਨੇ ਕੁ ਮਜਬੂਰ ਹੋ ਜਾਣਗੇ। ਭਾਵੇਂ ਮੇਰਾ ਇਹ ਵਿਸ਼ਾ ਨਹੀਂ, ਮੈਂ ਇਹ ਬੇਨਤੀ ਤਾਂ ਕੀਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੰਨਾ ਵੱਡਾ ਮਾਣ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਿਆ ਕਿ ਪਹਿਲੇ ਗ੍ਰੰਥ ਦੇ ਗ੍ਰੰਥੀ, ਗ੍ਰੰਥ ਦੇ ਅਰਥ ਹੁੰਦੇ ਨੇ ਸਾਰੇ ਗੁਣਾਂ ਨੂੰ ਇਕੱਠਿਆਂ ਕਰਕੇ ਇੱਕ ਜਗ੍ਹਾ ਰੱਖ ਦੇਣਾ, ਉਹਨੂੰ ਕਹਿੰਦੇ ਨੇ ਗ੍ਰੰਥ। ਦੁਨੀਆ ਵਿੱਚ ਬਹੁਤ ਗ੍ਰੰਥ ਨੇ, 4 ਵੇਦ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, ਗ੍ਰੰਥ ਬਹੁਤ ਨੇ, ਪਰ ਇਹਨਾਂ ਗ੍ਰੰਥਾਂ ਦੇ ਨਾਲ ਕਿਸੇ ਨਾਲ ਗੁਰੂ ਨਹੀਂ ਲੱਗਦਾ, ਕੇਵਲ ਗ੍ਰੰਥ ਨੇ। ਦੁਨੀਆ ਵਿੱਚ ਇੱਕੋ ਇੱਕ ਗ੍ਰੰਥ ਹੈ ਜਿਹਦੇ ਨਾਲ ਗੁਰੂ ਲੱਗਦਾ ਹੈ, ਉਹ ਕਿਹੜੇ? ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਵ ਹੁਣ ਸਪਸ਼ਟ ਹੋ ਗਿਆ ਵੀ ਇਸ ਗ੍ਰੰਥ ਵਿੱਚ ਅਧਿਆਤਮਿਕ ਗੱਲ ਕੀਤੀ ਗਈ ਹੈ। ਮਹਾਭਾਰਤ ਰਾਮਾਇਣ ਪੜ੍ਹ ਲਓ, ਸਾਰੀ ਲੜਾਈ ਝਗੜਾ ਜੋ ਕੁਝ ਵੀ ਹੋਇਆ ਉਹ ਇੱਕ ਪਰਸਨਲੀ ਉਹਨਾਂ ਦੀ ਲੜਾਈ ਝਗੜਾ ਸੀ, ਜਾਰ ਜੋਰੂ ਜ਼ਮੀਨ ਦੀ ਗੱਲ ਸੀ। ਹੁਣ ਸਮਾਂ ਨਹੀਂ ਮੈਂ ਜਿਹੜੀ ਬੇਨਤੀ ਕਰਨ ਲੱਗਾ, ਪਰ ਇਸ ਗ੍ਰੰਥ ਵਿੱਚ ਅਧਿਆਤਮਿਕ ਗੱਲ ਕੀਤੀ ਗਈ ਹੈ। ਇੱਥੇ ਕਿਸੇ ਨੂੰ ਨਹੀਂ ਬਖਸ਼ਿਆ ਗਿਆ, ਕਿਸੇ ਦੀ ਬੇਇੱਜ਼ਤੀ ਨਿਰਾਦਰ ਵੀ ਨਹੀਂ ਕੀਤੀ। ਸੱਚ ਨੂੰ ਸੱਚ ਆਖਿਆ, ਝੂਠ ਨੂੰ ਝੂਠ ਆਖਿਆ। ਹੁਣ ਵੇਖੋ ਭਗਤ ਨਾਮਦੇਵ ਜੀ ਆਪ ਹਿੰਦੂ ਨੇ, ਹਿੰਦੂ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਹੈ, ਪਰ ਜਦੋਂ ਆਪਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ ਉਹ ਕਹਿੰਦੇ ਨੇ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਹੁਣ ਉਹਨਾਂ ਦਾ ਘਰ ਹਿੰਦੂ ਘਰ ਵਿੱਚ ਹੋਇਆ, ਤੇ ਜੇ ਹਿੰਦੂ ਕਹਿਣ ਨਾਮਦੇਵ ਜੀ ਤੁਸੀਂ ਹਿੰਦੂ ਜੇ, ਤੁਸੀਂ ਹਿੰਦੂਆਂ ਨੂੰ ਅੰਨੇ ਕਹਿੰਦੇ ਹੋ, ਮੁਸਲਮਾਨਾਂ ਨੂੰ ਤੁਸੀਂ ਕਾਣਾ ਕਹਿੰਦੇ ਹੋ। ਦਰਅਸਲ ਜਿਹੜਾ ਅੰਨਾ ਹੋਵੇ ਨਾ ਉਹਨੂੰ ਕੁਛ ਨਹੀਂ ਦਿਸਦਾ ਹੁੰਦਾ, ਤੇ ਜਿਹੜਾ ਕਾਣਾ ਹੋਵੇ ਉਹ ਇੱਕ ਅੱਖ ਤੋਂ ਵੇਖ ਸਕਦਾ ਹੈ। ਤੇ ਜਦੋਂ ਤੁਸੀਂ ਵੇਖਦੇ ਹੋ ਸੂਬਾ ਸਰਹੰਦ ਦੀ ਕਚਹਿਰੀ ਲੱਗੀ ਹੈ, ਸਾਹਿਬਜ਼ਾਦਿਆਂ ਨੂੰ ਪ੍ਰਸੰਗ ਲੰਬੇ, ਸੂਬਾ ਸਰਹੰਦ ਦੀ ਕਚਹਿਰੀ ਲੱਗੀ ਹੈ, ਉਸ ਕਚਹਿਰੀ ਵਿੱਚ 17 ਗਾਲਬਨ ਲੋਕ ਉਹ ਬੈਠੇ ਨੇ ਜਿਨ੍ਹਾਂ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ। ਪਰ ਉਹਨਾਂ 17 ਦੇ ਵਿੱਚ ਕਹਿੰਦੇ ਉਹ ਲੋਕ ਵੀ ਨੇ ਜਿਹੜਾ ਇਸ਼ਾਰਾ ਭਗਤ ਨਾਮਦੇਵ ਜੀ ਨੇ ਆਖਿਆ ਹੈ। ਭਾਵ ਇੱਕ ਹਿੰਦੂ ਤਾਂ ਕਹਿੰਦਾ ਹੈ ਕਿਉਂਕਿ ਅੰਨੇ ਨੂੰ ਵਿਖਾਈ ਨਹੀਂ ਦਿੰਦਾ, ਜਿਹੜਾ ਕਾਣਾ ਹੋਵੇ ਉਹਨੂੰ ਉਹ ਵੇਖ ਸਕਦਾ ਇੱਕ ਅੱਖੋਂ। ਉੱਥੇ ਹੁਣ ਇਹ ਗੱਲ ਢੁਕਦੀ ਹੈ, ਜੋ ਮੈਂ ਵਾਚਿਆ ਬਾਣੀ ਨੂੰ ਮਹਿਸੂਸ ਕੀਤਾ। ਕਹਿੰਦੇ ਉਸ ਸਮੇਂ ਸੁੱਚਾ ਨੰਦ ਖੱਤਰੀ ਉੱਥੇ ਖਲੋਤਾ ਹੈ,
ਤਾਂ ਸੂਬਾ ਸਰਹੰਦ ਵਜੀਦ ਖਾਂ ਕਹਿੰਦਾ ਇਹਨਾਂ ਬੱਚਿਆਂ ਦਾ ਕੀ ਕਰਨਾ ਹੈ, ਇਹਨਾਂ ਨੂੰ ਛੱਡ ਦਈਏ। ਤਾਂ ਸੂਬਾ ਸਰਹੰਦ ਵਜੀਦ ਖਾਂ ਦੀ ਗੱਲ ਸੁਣ ਕੇ ਸੁੱਚਾ ਨੰਦ ਖੱਤਰੀ ਹਿੰਦੂ ਉਹ ਅੰਨਾ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਉਹਨੂੰ ਸਮਝ ਨਹੀਂ ਆ ਰਹੀ। ਤੇ ਉਸ ਸੁੱਚਾ ਨੰਦ ਖੱਤਰੀ ਨੇ ਆਖਿਆ ਨਹੀਂ, ਕਿਉਂਕਿ ਉਹ ਕਹਿੰਦਾ ਈ ਫਰਜੰਦੇ ਮਾਰ ਅਸਤ। ਸੂਬਾ ਸਰਹੰਦ ਕਹਿੰਦਾ ਵੀ ਇਹ ਤਾਂ ਮਾਸੂਮ ਨੇ, ਪਰ ਸੁੱਚਾ ਨੰਦ ਖੱਤਰੀ ਕਹਿੰਦਾ ਸੱਪ ਦੇ ਬੱਚੇ ਨੇ, ਇਹਨਾਂ ਨੂੰ ਮਾਰ ਦੇਣਾ ਚਾਹੀਦਾ। ਇਹ ਬਚਨ ਸੁੱਚਾ ਨੰਦ ਖੱਤਰੀ ਹਿੰਦੂ ਤੇ ਢੁਕਦੇ ਨੇ। ਸਾਰੇ ਹਿੰਦੂ ਵੀਰ ਮਾੜੇ ਨਹੀਂ, ਜਿਹਨੂੰ ਮੈਂ ਬੇਨਤੀ ਕਰਨ ਲੱਗਾ। ਇਹਦਾ ਮਤਲਬ ਸੁੱਚਾ ਨੰਦ ਖੱਤਰੀ ਹਿੰਦੂ ਅੰਨਾ ਹੈ, ਉਹਨੂੰ ਸੱਚ ਨਹੀਂ ਵਿਖਾਈ ਦੇ ਰਿਹਾ। ਤੇ ਸ਼ੇਰ ਮੁਹੰਮਦ ਖਾਨ ਮਰੇਲਕੋਟਲੇ ਵਾਲਾ, ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ, ਉਹਨੂੰ ਫਿਰ ਵੀ ਸੱਚ ਦੀ ਸਮਝ ਹੈ। ਉਹ ਉੱਠ ਕੇ ਕਹਿੰਦਾ ਇਹਨਾਂ ਮਾਸੂਮਾਂ ਦਾ ਕਸੂਰ ਕੀ ਹੈ, ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਇਹਨਾਂ ਨੂੰ ਨਹੀਂ ਮਾਰਨਾ ਚਾਹੀਦਾ। ਇਹਦਾ ਮਤਲਬ ਕਿ ਬਾਣੀ ਨੂੰ ਜਦੋਂ ਵਾਚਦੇ ਆ ਇਤਿਹਾਸ ਦੀ ਕਸਵੱਟੀ ਤੇ ਬਾਣੀ ਵਿੱਚ ਕਿਤੇ ਵੀ ਝੂਠ ਨਹੀਂ ਲਿਖਿਆ। ਇਸ ਲਈ ਜਿਹੜਾ ਅੰਨਾ ਉਹਨੂੰ ਵਿਖਾਈ ਨਹੀਂ ਦਿੰਦਾ, ਜਿਹੜਾ ਕਾਣਾ ਉਹ ਤਾਂ ਫਿਰ ਵੀ ਕੁਝ ਨਾ ਕੁਝ ਸੱਚ ਨੂੰ ਵੇਖ ਲੈਂਦਾ। ਇਸੇ ਲਈ ਭਗਤ ਜੀ ਨੇ ਇਹ ਬਚਨ ਬਾਣੀ ਵਿੱਚ ਕਹੇ ਸਨ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਥਾਪਨਾ ਕਰ ਦਿੱਤੀ ਗਈ। ਤੇ ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਮਨਾ ਰਹੇ ਹਾਂ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਆਓ ਸ਼ਬਦ ਦੀ ਰੌਸ਼ਨੀ ਵਿੱਚ ਮੈਂ ਬੇਨਤੀ ਕਰਾਂ, ਕਿਉਂਕਿ ਗੁਰਬਾਣੀ ਦੇ ਵਿੱਚ ਆਇਆ ਬਚਨ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਇੱਥੇ ਕੋਈ ਰਾਮ ਦੀ ਵਡਿਆਈ ਨਹੀਂ ਕੀਤੀ, ਇੱਥੇ ਕੋਈ ਰਾਵਣ ਦੀ ਵਡਿਆਈ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਇੱਕ ਬੰਦੇ ਦਾ ਜੇ ਨਾਮ ਲੈ ਕੇ ਮੂਰਖ ਆਖਿਆ ਹੈ, ਉਹ ਕੇਵਲ ਤੇ ਕੇਵਲ ਰਾਵਣ ਨੂੰ ਆਖਿਆ ਹੈ। ਲੰਕਾ ਗੜ ਸੋਇਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਇਹਦੇ ਅਰਥ ਵਿਦਵਾਨਾਂ ਨੇ ਦੋ ਕੀਤੇ ਨੇ। ਇੱਕ ਤੇ ਇਹ ਪ੍ਰਮਾਣ ਦਿੱਤਾ ਵੀ ਸੋਨੇ ਦੀ ਲੰਕਾ ਹੈ, ਬਹੁਤ ਉਹਦੇ ਕੋਲ ਕੁਝ ਹੈ, ਇੱਕ ਪੱਖੀ ਅਰਥ ਹੈ। ਪਰ ਕਹਿੰਦੇ ਉਹ ਮੂਰਖ ਸੀ, ਉਹ ਤੋਂ ਕੁਝ ਨਹੀਂ ਲੈ ਕੇ ਗਿਆ। ਪਰ ਜਦੋਂ ਮੈਂ ਗੁਰਬਾਣੀ ਮੁਤਾਬਕ, ਮੈਂ ਕੇਵਲ ਸਮਝਾਉਣ ਦਾ ਇਸ਼ਾਰਾ, ਨੂੰ ਹਉਮੈ ਨਾ ਸਮਝਿਓ, ਪਰ ਮੈਂ ਇਹ ਵਾਚਿਆ ਕਿ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਵਿੱਚ ਰਾਵਣ ਨੂੰ ਮੂਰਖ ਨਹੀਂ ਕਹਿੰਦੇ, ਇੱਥੇ ਕਹਿੰਦੇ ਲੰਕਾ ਗੜ ਸੋਇਨੇ ਕਾ ਭਇਆ। ਇੱਥੇ ਰੁਕਣਾ ਹੈ ਮੂਰਖ ਰਾਵਣ ਕਿਆ ਲੈ ਗਿਆ। ਉਹ ਮੂਰਖ ਬੰਦਿਆ, ਜੇ ਰਾਵਣ ਨਹੀਂ ਦੁਨੀਆ ਵਿੱਚੋਂ ਕੁਝ ਲੈ ਕੇ ਗਿਆ ਤੇ ਫਿਰ ਤੂੰ ਇੱਥੋਂ ਕੀ ਲੈ ਕੇ ਜਾਏਗਾ। ਜਿਸ ਸਮੇਂ ਕਹਿੰਦੇ ਰਾਵਣ ਦੀ ਮੌਤ ਹੋਈ ਨਾ, ਤੇ ਰਾਮ ਤੇ ਲక్ష్మణ, ਆਪਾਂ ਕੇਵਲ ਸ਼ਬਦ ਨੂੰ ਸਮਝਣਾ ਹੈ, ਰਾਮ ਤੇ ਲక్ష్మణ ਦੋਵੇਂ ਖਲੋਤੇ ਨੇ। ਤਾਂ ਉਸ ਸਮੇਂ ਰਾਮ ਨੇ ਲక్ష్మణ ਨੂੰ ਆਖਿਆ ਕਿ ਭਰਾਵਾ ਇਉਂ ਕਰ, ਰਾਵਣ ਦੇ ਵਿੱਚ ਕੁਝ ਸਵਾਸ ਅਜੇ ਬਾਕੀ ਨੇ, ਬੰਦਾ ਬੜਾ ਸਿਆਣਾ ਹੈ। ਤੇ ਲక్ష్మణ ਕਹਿੰਦਾ ਜੀ ਕਾਹਦਾ ਸਿਆਣਾ ਹੈ, ਇੰਨਾ ਇਹਨੇ ਫਤੂਰ, ਇੰਨਾ ਇਹਨੇ ਤਹਿਲਕਾ ਮਚਾਇਆ, ਇੰਨਾ ਕੁਝ ਨੇ ਸਾਡੇ ਨਾਲ ਕੀਤਾ, ਤੁਸੀਂ ਸਿਆਣਾ ਕਹਿੰਦੇ ਹੋ, ਜੇ ਮਰਦਾ ਤੇ ਇਹਨੂੰ ਮਰਨ ਦਿਓ। ਨਾਭੀ ਵਿੱਚ ਤੀਰ ਮਾਰਿਆ, ਸਵਾਸ ਟਿਕੇ ਸੀ। ਪਰ ਰਾਮਚੰਦਰ ਕਹਿੰਦਾ ਨਹੀਂ, ਬੰਦਾ ਬਹੁਤ ਸਿਆਣਾ ਸੀ, ਇੱਥੇ ਰਹਿਣਾ ਕਿਸੇ ਨਹੀਂ, ਮਰ ਸਭ ਨੇ ਜਾਣਾ ਹੈ। ਕਹਿੰਦੇ ਦੁਸ਼ਮਣ ਮਰੇ ਤੇ ਹਸੀਏ ਨਾ, ਸਜਣਾ ਵੀ ਇੱਕ ਦਿਨ ਤੁਰ ਜਾਣਾ। ਤੇ ਲక్ష్మణ ਕਹਿੰਦਾ ਫਿਰ ਮੈਂ ਕੀ ਕਰਾਂ। ਰਾਮ ਕਹਿਣ ਲੱਗਾ ਤੂੰ ਇਹਦੇ ਰਾਵਣ ਕੋਲ ਜਾ, ਇਹਦੇ ਤੋਂ ਕੁਝ ਕੋਈ ਰਮਜ ਤੇ ਰਹੱਸ, ਕੋਈ ਪਤੇ ਦੀ ਗੱਲ ਪੁੱਛ ਕੇ ਆ, ਵਿਦਵਾਨ ਬਹੁਤ ਹੈ, ਤੈਨੂੰ ਜਾਂਦੀ ਦਫਾ ਮਰਨ ਲੱਗਿਆ ਕੋਈ ਨਾ ਕੋਈ ਇਹ ਸਿੱਖਿਆ ਲਾਜ਼ਮੀ ਦੇ ਕੇ ਜਾਏਗਾ। ਲక్ష్మణ ਕਹਿੰਦਾ ਵੀ ਮੈਂ ਤਾਂ ਨਹੀਂ ਜਾਂਦਾ। ਤਾਂ ਉਸ ਸਮੇਂ ਭਰਾਵਾਂ ਵਿੱਚ ਇਹਨਾਂ ਵਿੱਚ ਪਿਆਰ ਬੜਾ ਹੈ। ਪਰ ਕਹਿੰਦੇ ਉਸ ਸਮੇਂ ਰਾਮਚੰਦਰ ਨੇ ਆਖਿਆ ਮੇਰੀ ਗੱਲ ਨਹੀਂ ਮੰਨਦਾ। ਕਹਿੰਦੇ ਚਲੋ ਠੀਕ ਹੈ। ਜਦੋਂ ਕਹਿੰਦੇ ਰਾਵਣ ਪਿਆ ਮੂਰਛਿਤ ਹੋਇਆ, ਤਾਂ ਜਦੋਂ ਕੋਲੇ ਗਿਆ ਤੇ ਜਾ ਕੇ ਕਹਿੰਦਾ ਰਾਵਣ ਜੀ ਕੁਝ ਨਾ ਕੁਝ ਸਿੱਖਿਆ ਹੀ ਦੇ ਜੋ। ਤਾਂ ਰਾਵਣ ਅੱਗੋਂ ਤੱਤਾ ਹੋਇਆ, ਕਹਿੰਦਾ ਤੈਨੂੰ ਕੀ ਸਿੱਖਿਆ ਦੇਵਾਂ, ਜਦੋਂ ਤੇਰੇ ਵਰਗੇ ਨੂੰ ਤਾਂ ਕੁਝ ਮੰਗਣਾ ਹੀ ਨਹੀਂ ਆਉਂਦਾ, ਤੇ ਜਿਹਨੂੰ ਮੰਗਣਾ ਹੀ ਨਹੀਂ ਆਉਂਦਾ ਉਹਨੂੰ ਸਿੱਖਿਆ ਕਾਹਦੀ ਦੇਣੀ ਹੈ। ਕਹਿੰਦੇ ਲక్ష్మణ ਉਸ ਸਮੇਂ ਮੂੰਹ ਜਾ ਲਮਕਾ ਕੇ ਰਾਮਚੰਦਰ ਕੋਲ ਆ ਗਿਆ। ਕਹਿੰਦਾ ਜੀ ਮੈਂ ਤੁਹਾਨੂੰ ਕਿਹਾ ਸੀ ਇਹਦੇ ਕੋਲ ਨਾ ਭੇਜੋ, ਬੜਾ ਮੂਰਖ ਹੈ, ਬੜਾ ਭੈੜਾ ਹੈ, ਮੈਨੂੰ ਤਾਂ ਜਾਂਦੇ ਕਹਿੰਦੇ ਹੱਥੀਂ ਪੈ ਗਿਆ। ਕਹਿੰਦੇ ਤੂੰ ਕਿਵੇਂ ਮੰਗਿਆ ਸੀ, ਕਿੱਦਾਂ ਗਿਆ ਸੀ ਇਹਦੇ ਕੋਲ। ਉਹ ਕਹਿੰਦਾ ਜੀ ਮੈਂ ਤਾਂ ਜਾ ਕੇ ਸਰਾਣੇ ਵਾਲੇ ਪਾਸੇ ਖਲੋ ਗਿਆ। ਕਹਿੰਦੇ ਬਸ ਇਹੀ ਤਾਂ ਗੱਲ ਹੈ, ਤੈਨੂੰ ਮੰਗਣਾ ਹੀ ਨਹੀਂ ਆਇਆ। ਕਹਿੰਦੇ ਫਿਰ ਕਿੱਦਾਂ ਮੰਗਾ। ਕਹਿੰਦੇ ਜੀ ਮੰਗਣਾ ਹੈ ਨਾ, ਕਹਿੰਦਾ ਉਹਦੇ ਪੈਰਾਂ ਵਾਲੇ ਪਾਸੇ ਜਾ ਕੇ ਖਲੋ,
क्योंकि एक निमरता का प्रतीक है। कहते ना जांदा होया भी उन्होंने जाना पिया। जदों कहते लक्ष्मण पैरां वल जाके पासे खलो गया, हथ जोड़ के कहंदा जी कुछ तां दे दिओ, ते अगों कहते रावण खुश होके कहंदा हुण तैनूं मंगना आया है, पहलां तैनूं मंगना नहीं सी आया, हुण तैनूं मंगना आया भी आप ते वड्डे विद्वान तो किद्दां मंगीदा है। तां ओह कहण लगा जी फिर दसो जांदी जांदे जांदे जिंदगी दे बारे दस जो भी किवें जिउणी है। तां अगों कहंदे फिर रावण ने आखिया कहंदे बंदे दी जिंदगी दे विच कदी कल नहीं आउंदा, बंदे दी जिंदगी विच कदी भी कल नहीं आउंदा, बंदे दी जिंदगी विच अज ही है, कल नहीं किसी ने देखिया। काल करंता अबै कर, अब करता सोए ताल, पाछै कछू न होएगा, जो सिर पर आवे काल, जेड़ा कम कल ते शाम ते छड़ दें। बाणी भी कहंदी है कहंदे ओ तू अज ही कर ला, बंदे दी जिंदगी विच कल नहीं अज ही है, भाव एक लंघ चुकिया समा। ते अज जिहड़े समय विच बैठे नूं कहंदे ने वर्तमान भविखत फ्यूचर आउण वाला समा, ना तां लंघ चुके समय दा तुसीं कुछ कर सकदे हो, आउण वाले समय दा तुहानूं पता नहीं, वर्तमान विच तुसीं बैठे हो। ते रावण कहंदा बस इसे नूं संभाल ला, मैं भी कहंदा सी कल करूं। आपां कहने ने भी रावण ने काल पावे नाल बन के रखिया। काल इत्थे काल दे अर्थ कोई मौत नहीं, इत्थे काल दे अर्थ ने समा। कहंदे रावण ने आ जिन्नियां भी जंतरियां ना, आ हिंदू वीर साडे वाला लाना भी इकट्ठे होके उहदे पुतले साड़ी जाते ने। रावण दे प्रदूषण पहले ही बहुत है, ते करके इकट्ठे पैसे किसी गरीब का भला करो, किसी लोड़वंद का भला करो। कहंदे जी मंडी विच आपां ना रावण का मेघनाथ का इन्हां दा पुतला फूकना है, पुतला फूकना मोदी का फूको, पुतला फूकना है जिन्हां ने गुरु ग्रंथ साहिब जी दीयां बेअदबियां कीतियां, इन्हां लोकां दे पुतले बना के इन्हां लोकां दे पुतले फूको। कहंदे रावण दा विचारे दा काहदे लई आपां पुतला फूकदे पए आ। इस वास्ते कहंदे जदों उन्हें आखिया ना, कहंदे जिंदगी दे विच कदी कल नहीं अज ही है। काल दे अर्थ हुंदे ने समा, ये नहीं भी रावण ने मौत नूं बन्निया सी, नहीं, समय दे अर्थ ने आ जिहड़ी मस्या संगरांद पुन्निया पूर्णमाशी पैंचकां, ये सारे जिन्ने भी दिन ने इन्हां दिनां नूं इन्हां समियां नूं जिहड़ी तरतीब दित्ती सी ना, सारियां थित्तां मुहूर्तां, ये सारी जिहड़ी एक जंतरी वेखो जिहड़े ब्राह्मण ने ना पंडित जिहड़े लोकां नूं लुੱਟ रहे ने, जिन्हां ने जंतरियां बनाईयां लोकां नूं कहंदे रावण दा पुतला फूको, पर रावण दी बनाई हुई जंतरी तो कमाई करके खा रहे ने। रावण दी बनाई जंतरी तो उसे दे पुतले फूक रहे ने। काल दे अर्थ ने उन्हें सारे समय नूं तरतीब दित्ती सी, बन्निया तो भाव है उन्हें समय नूं निश्चिंत कीता सी भी इन्ना वड्डा वो विद्वान ते खोजी सी। ते जदों आपां बाणी नूं पढ़दे भी राम गयो रावण गयो, इहदा अध्यात्मक अर्थ यही है कि रावण मरदा नहीं सी, पर ਉਹਦੇ ਅੰਦਰੋਂ ਜਦੋਂ परमात्मा चलिया गया, ਉਹਦੇ अंदर ਜਦੋਂ हंकार आ गया, ਤੇ ਕਹਿੰਦੇ ਉਸੇ ਸਮੇਂ ਦਸ਼ਰਥ ਦੇ ਪੁੱਤਰ ਨੇ ਨਾਭੀ ਵਿੱਚ ਤੀਰ ਮਾਰ ਕੇ ਸਰੀਰਕ ਤੌਰ ਤੇ ਕਹਿੰਦੇ ਰਾਵਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ ਦੁਨੀਆ। ਸੁਪਨੇ ਦੀ ਨਿਆਈ ਹੈ ਮੇਰੇ ਸਤਿਗੁਰੂ ਕਹਿੰਦੇ, ਇਸ ਦੁਨੀਆ ਨੂੰ ਇਸ ਜ਼ਿੰਦਗੀ ਨੂੰ ਤੂੰ ਬੜੇ ਵਧੀਆ ਢੰਗ ਦੇ ਨਾਲ ਬਤੀਤ ਕਰ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰਦੇਵ ਦਾ ਬਚਨ ਹੈ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਕਹਿੰਦੇ ਉਸ ਪਰਮਾਤਮਾ ਨੇ ਤਨ ਦਿੱਤਾ, ਮਨ ਦਿੱਤਾ, ਧਨ ਦਿੱਤਾ ਹੈ। ਪਹਿਲਾਂ ਤਨ ਦਿੱਤਾ, ਤਨ ਵਿੱਚ ਮਨ ਟਿਕਾ ਦਿੱਤਾ, ਤੇ ਮਨ ਹੀ ਕਹਿੰਦਾ ਵੀ ਹੁਣ ਤੂੰ ਕਮਾਈ ਕਰ, ਤੂੰ ਮਿਹਨਤ ਕਰ, ਤੂੰ ਉਦਮ ਕਰ। ਸੋਈ ਸੁਗੜ ਸੁਜਾਨੀ, ਆਤਮਿਕ ਤੌਰ ਤੇ ਉਹੀ ਮਹਾਨ ਹੈ ਕੌਣ, ਜਿਸ ਪਰਮਾਤਮਾ ਨੇ ਜੀ ਕੀ ਇੱਕ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ, ਤਿਲ ਤਿਲਨੀ ਕੀਮਤ ਜਾਨੀ। ਜਿੰਦ ਟਿਕਾ ਦਿੱਤੀ ਤੇ ਇਸ ਤਨ ਦੇ ਵਿੱਚ ਮਨ ਟਿਕਾ ਦਿੱਤਾ। ਉਹ ਪਰਮਾਤਮਾ ਬਹੁਤ ਵੱਡਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਕਟਾਨੀ। ਭਾਵ ਉਸ ਮਾਲਕ ਦੇ ਅੱਗੇ ਜਦੋਂ ਬੇਨਤੀ ਕਰਦੇ ਆ ਤਾਂ ਉਹ ਪਰਮਾਤਮਾ ਜੀਵਨ ਦੇ ਵਿੱਚ ਇੰਨੇ ਕੁ ਸੁੱਖ ਦੇ ਦਿੰਦਾ ਹੈ। ਤੇ ਉਹ ਜਿਹੜੇ ਦੁੱਖਾਂ ਵਾਲੀ ਅਰਦਾਸ ਕੀਤੀ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਜਦੋਂ ਬੇਨਤੀ ਕੀਤੀ ਦੁੱਖ ਉਹਨੇ ਸੁਣ ਲਿਆ ਤੇ ਸੁੱਖ ਸਾਡੀ ਜੀਵਨ ਵਿੱਚ ਆ ਗਿਆ। ਤੌ ਬਿਦ ਨਿੱਕੀ ਖਟਾਨੀ, ਉਹ ਪਰਮਾਤਮਾ ਇੰਨਾ ਮਹਾਨ ਹੈ।
ਬਖਸ਼ਿਸ਼ਾਂ ਦਾ ਮਾਲਕ ਹੈ। ਸਤਿਗੁਰੂ ਜੀ ਕਿਰਪਾ ਕਰਨ। ਮੇਰੇ ਖਿਆਲ 'ਚ ਮੈਂ ਕਾਫੀ ਸਮਾਂ ਲੈ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਬੇਅੰਤ ਭੁੱਲਾਂ ਗਲਤੀਆਂ ਅੱਗੋਂ ਵਾਸਤੇ ਸਤਿਗੁਰੂ ਜੀ ਸੁਮਤ ਪ੍ਰਦਾਨ ਕਰਨ। ਸੋ ਜਿਨ੍ਹਾਂ ਸੰਗਤਾਂ ਨੇ ਤਿੰਨੋਂ ਦਿਨ ਗੁਰੂ ਕੇ ਲੰਗਰ ਦਰਬਾਰ ਵਿੱਚ ਸੇਵਾਵਾਂ ਕੀਤੀਆਂ, ਸਭ ਦੀਆਂ ਸੇਵਾਵਾਂ ਭੇਟਾਵਾਂ ਸਤਿਗੁਰੂ ਜੀ ਪ੍ਰਵਾਨ ਕਰਨ। ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਆਮਦ ਦੀ ਔਰ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਰ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਕਥਾ ਦਾ ਹਾਜ਼ਰੀ ਲਵਾਈ। ਉਹ ਕਥਾ ਦੇ ਵਿੱਚ ਇੱਕ ਚਮੇਲੀ ਦੇ ਫੁੱਲ ਦੀ ਗੱਲ ਕਰਦੇ ਸੀ ਕਿ ਭਾਵਨਾ ਜਦੋਂ ਆਉਂਦਾ ਹੈ ਉਸ ਫੁੱਲ ਤੇ ਨਹੀਂ ਬਹਿੰਦਾ, ਕਿ ਉਸ ਫੁੱਲ ਨੇ ਉਸ ਨੂੰ ਨਕਾਰਿਆ ਹੈ। ਕਿਉਂ ਨਕਾਰਿਆ ਹੈ? ਕਿ ਤੂੰ ਦਰ ਤੇ ਭਟਕਦਾ ਫਿਰਦਾ ਹੈ, ਇਸ ਕਰਕੇ ਇਸ ਦਰ ਦੇ ਉੱਤੇ ਤੇਰੀ ਕੋਈ ਮਨਜ਼ੂਰੀ ਨਹੀਂ, ਤੇ ਇਸ ਦਰ ਦੇ ਉੱਤੇ ਤੇਰੀ ਕੋਈ